ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਵੀਰ ਭੈਣਾਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਨਲਾਈਨ ਗੁਰਮਤਿ ਕਲਾਸ ਵਿੱਚ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੈ, ਕੁਝ ਦਿਨ ਤੋਂ ਅਸੀਂ ਜੈਤਸਰੀ ਕੀ ਵਾਰ ਦੀ ਵਿਚਾਰ ਸਾਂਝੀ ਕਰਕੇ ਆਪਸ ਵਿੱਚ ਜੀਵਨ ਜੁਗਤ ਸਿੱਖਣ ਦਾ ਯਤਨ ਕਰ ਰਹੇ ਹਾਂ। ਕੱਲ ਤੱਕ ਅਸੀਂ 12 ਪੌੜੀਆਂ ਦੀ ਵਿਚਾਰ ਸਾਂਝੀ ਕਰ ਚੁੱਕੇ ਹਾਂ। ਅੱਜ ਅਸੀਂ 13ਵੀਂ ਪੌੜੀ ਦੀ ਵਿਚਾਰ ਸਾਂਝੀ ਕਰਾਂਗੇ ਤੇ ਇਹਨਾਂ ਸਾਰੀਆਂ ਪੌੜੀਆਂ ਦੇ ਨਾਲ ਸ਼ਲੋਕ ਵੀ ਸਾਹਿਬ ਸ੍ਰੀ ਗੁਰੂ ਅਰਜਨ ਪਾਤਸ਼ਾਹ ਜੀ ਦੇ ਹੀ ਉਚਾਰਨ ਕੀਤੇ ਹੋਏ ਹਨ। ਅੱਜ ਵਾਲੀ ਪੌੜੀ ਦੇ ਨਾਲ ਜੋ ਪਹਿਲਾ ਸ਼ਲੋਕ ਹੈ, ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 708 ਤੇ ਅੰਕਿਤ ਹੈ। 708 ਤੇ ਅੰਕਿਤ ਹੈ। ਸ਼ਲੋਕ ਚਿਤਵੰਤ ਚਰਨ ਕਮਲੰ ਸਾਸ ਸਾਸ ਆਰਾਧਨ ਹੈ, ਨਹਿ ਬਿਸਰੰਤ ਨਾਮ ਅਚੁਤ, ਨਾਨਕ ਆਸ ਪੂਰਨ ਪਰਮੇਸ਼ਰ ਹੈ। ਇੱਥੇ ਪ੍ਰਭੂ ਦੇ ਗੁਣਾਂ ਦੀ ਮਹਾਨਤਾ ਗੁਰਦੇਵ ਪਾਤਸ਼ਾਹ ਜੀ ਦਰਸਾ ਰਹੇ ਹਨ ਕਿ ਜੋ ਇਨਸਾਨ ਰੱਬੀ ਗੁਣਾਂ ਦੇ ਨਾਲ ਜੁੜਦੇ ਨੇ, ਉਹਨਾਂ ਨੂੰ ਜੀਵਨ ਦੇ ਵਿੱਚ ਕੀ ਪ੍ਰਾਪਤੀ ਹੁੰਦੀ ਹੈ, ਔਰ ਜੇ ਅਸੀਂ ਸੁਖ ਸ਼ਾਂਤੀ ਆਨੰਦ ਖੇੜਾ ਮੰਗਲ ਚਾਹੁੰਦੇ ਹਾਂ ਤਾਂ ਸਾਨੂੰ ਕੈਸੀ ਜ਼ਿੰਦਗੀ ਜੀਣੀ ਚਾਹੀਦੀ ਹੈ। ਚਿਤਵੰਤ ਚਰਨ ਕਮਲੰ, ਚਿਤਵੰਤ ਦਾ ਮਤਲਬ ਜੋ ਚੇਤੇ ਕਰਦੇ ਹਨ, ਸਾਸ ਸਾਸ ਦਾ ਮਤਲਬ ਹਰ ਸਵਾਸ ਦੇ ਨਾਲ, ਆਰਾਧਨਾ ਦਾ ਮਤਲਬ ਯਾਦ ਕਰਦੇ ਨੇ, ਤੇ ਚਰਨ ਕਮਲ ਦਾ ਮਤਲਬ ਪ੍ਰਭੂ ਦੇ ਸੋਹਣੇ ਚਰਨ, ਕਮਲਾਂ ਵਰਗੇ ਚਰਨ, ਮੀਨਸ ਰੱਬੀ ਗੁਣ। ਤਾਂ ਜੋ ਮਨੁੱਖ ਪ੍ਰਭੂ ਦੇ ਗੁਣਾਂ ਦਾ ਧਿਆਨ ਧਰਦੇ ਨੇ, ਰੱਬੀ ਗੁਣਾਂ ਨੂੰ ਹਮੇਸ਼ਾ ਯਾਦ ਕਰਦੇ ਨੇ ਔਰ ਸਵਾਸ-ਸਵਾਸ ਆਪਣੀ ਯਾਦ ਦੇ ਅੰਦਰ ਵਸਾਉਂਦੇ ਨੇ, ਜੋ ਇਨਸਾਨ ਰੱਬੀ ਗੁਣਾਂ ਦਾ ਧਿਆਨ ਧਰਦੇ ਨੇ ਔਰ ਹਰ ਸਵਾਸ ਦੇ ਨਾਲ ਰੱਬੀ ਗੁਣਾਂ ਨੂੰ ਯਾਦ ਰੱਖਦੇ ਨੇ, ਭਾਵ ਕਿ ਰੱਬੀ ਗੁਣਾਂ ਨੂੰ ਇੰਪਲੀਮੈਂਟ ਕਰਦੇ ਹਨ। ਨਹਿ ਬਿਸਰੰਤ ਨਾਮ ਅਚੁਤ, ਨਾਨਕ ਆਸ ਪੂਰਨ ਪਰਮੇਸ਼ਰ ਹੈ। ਅਚੁਤ ਦਾ ਮਤਲਬ ਹੈ ਅਚੁਤ। ਇਸ ਲਫ਼ਜ਼ ਦਾ ਉਚਾਰਨ ਅਚ ਨੂੰ ਅਧਕ ਨਾਲ ਪੜਨਾ ਹੈ, ਅਚੁਤ, ਤਾਂ ਕਿ ਉਚਾਰਨ ਦਾ ਜ਼ੋਰ ਪਹਿਲੇ ਹਿੱਸੇ ਤੇ ਰਹੇ। ਇਹਦਾ ਮਤਲਬ ਹੈ ਨਾਸ ਨਾ ਹੋਣ ਵਾਲਾ, ਜੋ ਹਮੇਸ਼ਾ ਰਹਿਣ ਵਾਲਾ ਹੈ, ਸदैवी ਹੈ, ਜੋ ਅਬਿਨਾਸ਼ੀ ਪ੍ਰਭੂ ਦੇ ਹੁਕਮ ਨੂੰ ਕਦੇ ਵੀ ਨਹੀਂ ਭੁਲਾਉਂਦੇ। ਨਾਮ ਦਾ ਮਤਲਬ ਹੁਕਮ, ਜੋ ਅਬਿਨਾਸ਼ੀ ਪ੍ਰਭੂ ਦੇ ਹੁਕਮ ਨੂੰ ਕਦੇ ਨਹੀਂ ਭੁਲਾਉਂਦੇ, ਯਾਨੀ ਰੱਬੀ ਗੁਣਾਂ ਨੂੰ ਆਪਣੀ ਜ਼ਿੰਦਗੀ ਵਿੱਚ ਇੰਪਲੀਮੈਂਟ ਕਰਦੇ ਹਨ, ਹਰ ਸਵਾਸ ਨਾਲ ਰੱਬੀ ਗੁਣਾਂ ਨੂੰ ਯਾਦ ਰੱਖਦੇ ਨੇ, ਰੱਬੀ ਗੁਣਾਂ ਨੂੰ ਆਪਣੇ ਧਿਆਨ ਵਿੱਚ ਵਸਾਉਂਦੇ ਨੇ, ਔਰ ਜੋ ਰੱਬੀ ਹੁਕਮ ਨੂੰ ਹਮੇਸ਼ਾ ਯਾਦ ਰੱਖਦੇ ਨੇ, ਹੁਕਮ ਅੰਦਰ ਜ਼ਿੰਦਗੀ ਜੀਂਦੇ ਨੇ। ਗੁਰੂ ਜੀ ਕਹਿੰਦੇ ਹਨ, ਨਾਨਕ ਆਸ ਪੂਰਨ ਪਰਮੇਸ਼ਰ ਹੈ। ਪੂਰਨ ਪਰਮੇਸ਼ਰ ਉਹਨਾਂ ਦੀਆਂ ਆਸਾਂ ਪੂਰੀਆਂ ਕਰਦਾ ਹੈ, ਯਾਨੀ ਉਹਨਾਂ ਦੀਆਂ ਆਸ਼ਾਵਾਂ ਪੂਰੀਆਂ ਹੋ ਜਾਂਦੀਆਂ ਨੇ। ਹੁਣ ਇਹ ਗੱਲ ਸਮਝਣ ਵਾਲੀ ਹੈ, ਆਸਾਵਾਂ ਪੂਰੀਆਂ ਹੋਣ ਦਾ ਮਤਲਬ ਕੀ ਹੈ? ਕਿ ਜਿਹੜੀਆਂ ਬੇਕਾਰ ਦੀਆਂ ਆਸਾਵਾਂ ਔਰ ਤ੍ਰਿਸ਼ਨਾਵਾਂ ਨੇ, ਪੂਰਨ ਹੋਣ ਦਾ ਮਤਲਬ ਉਹ ਮੁੱਕ ਜਾਂਦੀਆਂ ਨੇ, ਉਹਨਾਂ ਦੀ ਜ਼ਿੰਦਗੀ ਦੇ ਅੰਦਰ ਆਸਾ ਤ੍ਰਿਸ਼ਨਾ ਆਦਿਕ ਨਹੀਂ ਰਹਿ ਜਾਂਦੀ, ਉਹਨਾਂ ਨੂੰ ਜੀਵਨ ਦੇ ਅੰਦਰ ਪੂਰਨ ਤੌਰ ਤੇ ਰਜੇਵਾਂ ਮਿਲਦਾ ਹੈ, ਉਹ ਪੂਰਨ ਤੌਰ ਤੇ ਟਿਕਾਵ ਵਿੱਚ ਆਉਂਦੇ ਨੇ, ਉਹਨਾਂ ਦੇ ਜੀਵਨ ਦੇ ਅੰਦਰ ਪੂਰਨ ਸ਼ਾਂਤੀ ਪੈਦਾ ਹੋ ਜਾਂਦੀ ਹੈ, ਉਹਨਾਂ ਦੀਆਂ ਸਾਰੀਆਂ ਆਸਾਵਾਂ ਔਰ ਤ੍ਰਿਸ਼ਨਾਵਾਂ ਮੁੱਕ ਜਾਂਦੀਆਂ ਨੇ। ਸੀਤੜਾ ਮਨ ਮੰਜਾਹੇ, ਪਲਕ ਨਾ ਥੀਵੈ ਬਾਹਰਾ। ਮਨ ਮੰਜਾਹੇ ਦਾ ਮਤਲਬ ਮਨ ਵਿੱਚ, ਨਾ ਥੀਵੇ ਦਾ ਮਤਲਬ ਨਹੀਂ ਹੁੰਦਾ, ਬਾਹਰਾ ਦਾ ਮਤਲਬ ਜੁਦਾ, ਤੇ ਸੀਤੜਾ ਦਾ ਮਤਲਬ ਹੈਗਾ ਸੀਤਾ ਹੋਇਆ, ਪਰੋਤਾ ਹੋਇਆ। ਜਿਵੇਂ ਅਸੀਂ ਜਪਜੀ ਸਾਹਿਬ ਵਿੱਚ ਵਿਚਾਰਿਆ ਸੀ ਨਾ, ਤਿੱਥੇ ਸੀਤੋ ਸੀਤਾ ਮਹਿਮਾ ਮਾਹੇ। ਸੀਤੋ ਸੀਤਾ ਦਾ ਮਤਲਬ ਚੰਗੀ ਤਰ੍ਹਾਂ ਪਰੁੱਚਾ ਹੋਇਆ। ਤਾਂ ਜਿਨ੍ਹਾਂ ਮਨੁੱਖਾਂ ਦੇ ਮਨ ਵਿੱਚ ਪ੍ਰਭੂ ਦਾ ਨਾਮ, ਪ੍ਰਭੂ ਦਾ ਹੁਕਮ, ਪ੍ਰਭੂ ਦੇ ਗੁਣ ਹਮੇਸ਼ਾ ਪਰੁੱਚੇ ਰਹਿੰਦੇ ਨੇ, ਪਲਕ ਨਾ ਥੀਵੇ ਬਾਹਰਾ, ਜਿਨ੍ਹਾਂ ਤੋਂ ਇੱਕ ਪਲ ਲਈ ਵੀ ਉਹ ਜੁਦਾ ਨਹੀਂ ਹੁੰਦਾ, ਯਾਨੀ ਜਿਨ੍ਹਾਂ ਦੀ ਸੋਚ ਦੇ ਅੰਦਰ ਪ੍ਰਭੂ ਦੇ ਗੁਣ ਹਮੇਸ਼ਾ ਪਰੁੱਚੇ ਹੋਏ ਨੇ, ਜੋ ਰੱਬ ਦੇ ਗੁਣਾਂ ਦੇ ਨਾਲ ਸੀ ਕੇ ਇੱਕਮਿਕ ਹੋਏ ਨੇ, ਜਿਨ੍ਹਾਂ ਦੇ ਸੋਚ ਦੇ ਵਿੱਚੋਂ ਪ੍ਰਭੂ ਇੱਕ ਪਲ ਵਾਸਤੇ ਵੀ ਬਾਹਰ ਨਹੀਂ ਹੁੰਦਾ, ਹਮੇਸ਼ਾ ਜਿਨ੍ਹਾਂ ਦੀ ਸੋਚ ਵਿੱਚ ਹੈ,
ਨਾਨਕ ਆਸੜੀ ਨਿਵਾਹੇ ਸਦਾ ਪੇਖੰਦੋ ਸੱਚ ਧਣੀ। ਉਹਨਾਂ ਦੀਆਂ ਉਹ ਸੱਚਾ ਮਾਲਕ ਆਸਾਂ ਪੂਰੀਆਂ ਕਰਦਾ ਹੈ। ਆਸੜੀ ਨਿਵਾਹੇ ਦਾ ਮਤਲਬ ਆਸਾਂ ਪੂਰੀਆਂ ਕਰਦਾ ਹੈ, ਔਰ ਉਹਨਾਂ ਦੀ ਸੰਭਾਲ ਕਰਦਾ ਹੈ। ਸਦਾ ਪੇਖੰਦੋ ਸੱਚ ਧਣੀ, ਪੇਖੰਦੋ ਦਾ ਮਤਲਬ ਵੇਖਦਾ ਹੈ, ਸੰਭਾਲ ਕਰਦਾ ਹੈ। ਉਹਨਾਂ ਦੀਆਂ ਆਸ਼ਾਵਾਂ ਪੂਰੀਆਂ ਕਰ ਦਿੰਦਾ ਹੈ, ਔਰ ਉਹਨਾਂ ਦੇ ਆਤਮਿਕ ਜੀਵਨ ਦੀ ਹਮੇਸ਼ਾ ਸੰਭਾਲ ਕਰਦਾ ਹੈ, ਜਿਨ੍ਹਾਂ ਦੇ ਮਨ ਦੇ ਅੰਦਰ ਪ੍ਰਭੂ ਹਮੇਸ਼ਾ ਹਮੇਸ਼ਾ ਪਰੁੱਚਾ ਹੋਇਆ ਹੈ। ਹੁਣ ਇਹ ਚੀਜ਼ ਨੂੰ ਥੋੜਾ ਜਿਹਾ ਆਪਾਂ ਸਮਝਣ ਦਾ ਯਤਨ ਕਰਨਾ ਹੈ। ਪਰੁੱਚੇ ਹੋਏ ਦਾ ਮਤਲਬ ਜਿਨ੍ਹਾਂ ਦੀ ਸੋਚ ਰੱਬ ਦੀ ਸੋਚ ਦੇ ਨਾਲ ਇੱਕਮਿਕ ਹੋ ਗਈ ਹੈ, ਜਿਨ੍ਹਾਂ ਦੀ ਸੋਚ ਸ਼ੁਭ ਗੁਣਾਂ ਦੇ ਨਾਲ ਇੱਕਮਿਕ ਹੋ ਗਈ ਹੈ, ਜਿਨ੍ਹਾਂ ਦੀ ਸੋਚ ਵਿੱਚੋਂ ਪ੍ਰਭੂ ਇੱਕ ਪਲ ਵਾਸਤੇ ਵੀ ਦੂਰ ਨਹੀਂ ਹੁੰਦਾ, ਰੱਬੀ ਗੁਣ ਇੱਕ ਪਲ ਵਾਸਤੇ ਵੀ ਦੂਰ ਨਹੀਂ ਹੁੰਦੇ। ਤਾਂ ਦੋ ਚੀਜ਼ਾਂ ਮਿਲਦੀਆਂ ਨੇ, ਇੱਕ ਤਾਂ ਉਹਨਾਂ ਦੀਆਂ ਆਸ਼ਾਵਾਂ ਤ੍ਰਿਸ਼ਨਾਵਾਂ ਵਿਕਾਰਾਂ ਦੀਆਂ ਖਤਮ ਹੋ ਜਾਂਦੀਆਂ ਨੇ, ਤੇ ਦੂਜਾ ਉਹਨਾਂ ਦੇ ਆਤਮਿਕ ਜੀਵਨ ਦੀ ਸੰਭਾਲ ਹੁੰਦੀ ਹੈ, ਉਹਨਾਂ ਦੇ ਆਤਮਿਕ ਜੀਵਨ ਦੀ ਰਾਖੀ ਹੁੰਦੀ ਹੈ। ਐਸੇ ਇਨਸਾਨ ਕਦੇ ਵੀ ਆਤਮਿਕ ਮੌਤੇ ਨਹੀਂ ਮਰਦੇ, ਕਿਉਂਕਿ ਜਦੋਂ ਬੰਦਾ ਸੱਚ ਨਾਲੋਂ ਟੁੱਟਦਾ ਹੈ ਨਾ, ਉਦੋਂ ਬੰਦੇ ਦੇ ਅੰਦਰੋਂ ਜ਼ਮੀਰ ਇਨਸਾਨੀਅਤ ਮਰਦੀ ਹੈ। ਤੇ ਜਿਨ੍ਹਾਂ ਦੀ ਸੋਚ ਦੇ ਅੰਦਰ ਹਮੇਸ਼ਾ ਰੱਬੀ ਗੁਣ ਪਰੁੱਚੇ ਹੋਏ ਨੇ, ਉਹ ਕਦੇ ਆਤਮਿਕ ਮੌਤੇ ਨਹੀਂ ਮਰਦੇ। ਉਹਨਾਂ ਦੇ ਜੀਵਨ ਦੀ ਸੰਭਾਲ ਹੁੰਦੀ ਹੈ। ਪ੍ਰਭੂ ਉਹਨਾਂ ਦੀ ਹਰ ਥਾਂ ਵਿਕਾਰਾਂ ਆਦਿਕ ਤੋਂ ਰਾਖੀ ਕਰਦਾ ਹੈ। ਪੌੜੀ। ਆਸਾਵੰਤੀ ਆਸ ਗੁਸਾਈ ਪੂਰੀਐ। ਪੂਰੀਏ ਦਾ ਮਤਲਬ ਪੂਰੀ ਕਰ। ਆਸਾਵੰਤੀ ਦਾ ਮਤਲਬ ਆਸਵੰਤ, ਜਿਸ ਨੇ ਆਸ ਲਾਈ ਹੋਈ ਹੈ, ਜਿਨਨੇ ਪ੍ਰਭੂ ਦੇ ਉੱਤੇ ਯਕੀਨ ਬਣਾਇਆ ਹੋਇਆ ਹੈ ਕਿ ਪ੍ਰਭੂ ਮੈਨੂੰ ਆਤਮਿਕ ਜੀਵਨ ਦੇਵੇਗਾ, ਪ੍ਰਭੂ ਮੇਰੇ ਅੰਦਰ ਆਤਮਿਕ ਜੀਵਨ ਪੈਦਾ ਕਰੇਗਾ, ਰੱਬੀ ਗੁਣਗਾਨ ਦੇ ਨਾਲ ਮੇਰੇ ਜੀਵਨ ਵਿੱਚ ਆਤਮਿਕ ਖੁਸ਼ੀਆਂ, ਆਤਮਿਕ ਖੇੜਾ, ਆਤਮਿਕ ਆਨੰਦ ਪੈਦਾ ਹੋਏਗਾ। ਤਾਂ ਗੁਰੂ ਜੀ ਕਹਿੰਦੇ ਨੇ ਗੁਸਾਈ ਦਾ ਮਤਲਬ ਸ੍ਰਿਸ਼ਟੀ ਦਾ ਮਾਲਕ, ਗੋ ਦਾ ਮਤਲਬ ਧਰਤੀ, ਸਾਈਂ ਦਾ ਮਤਲਬ ਸਾਈਂ, ਜੋ ਸੰਸਾਰ ਦਾ ਸਾਈਂ ਹੈ, ਕਿ ਇਹ ਸੰਸਾਰ ਦੇ ਮਾਲਕ, ਮੈਂ ਆਸਵੰਤ ਹਾਂ, ਮੈਂ ਤੇਰੇ ਦਰ ਤੇ ਇੱਕ ਆਸ ਲੈ ਕੇ ਆਇਆ, ਤੇ ਮੇਰੀ ਆਸ ਪੂਰੀ ਕਰ। ਮੇਰੀ ਇੱਕ ਮੰਗ, ਮੇਰੀ ਇੱਕ ਚਾਹਤ ਹੈ, ਉਹ ਪੂਰੀ ਕਰ। ਮੈਨੂੰ ਖੁਆਇਸ਼ ਮੇਰੀ ਜਿਹੜੀ ਹੈ ਪੂਰੀ ਹੋਵੇ। ਤੇ ਆਸ ਕਿਹੜੀ ਹੈ? ਮਿਲ ਗੋਪਾਲ ਗੋਬਿੰਦ ਨਾ ਕਬਹੂ ਝੂਰੀਐ। ਗੋ ਦਾ ਮਤਲਬ ਸ੍ਰਿਸ਼ਟੀ, ਪਾਲ ਦਾ ਮਤਲਬ ਪਾਲਣ ਵਾਲਾ, ਜੋ ਸ੍ਰਿਸ਼ਟੀ ਦੀ ਪਾਲਣਾ ਕਰਨ ਵਾਲਾ ਹੈ। ਗੋਬਿੰਦ, ਗੋ ਦਾ ਮਤਲਬ ਸ੍ਰਿਸ਼ਟੀ, ਬਿੰਦ ਦਾ ਮਤਲਬ ਪੈਦਾ ਕਰਨ ਵਾਲਾ, ਜੋ ਸੰਸਾਰ ਦੀ ਉਤਪਤੀ ਕਰਨ ਵਾਲਾ ਹੈ। ਇਹ ਧਰਤੀ ਦੇ ਰਕਸ਼ਕ, ਇਹ ਧਰਤੀ ਦੀ ਸੰਸਾਰ ਨੂੰ ਪੈਦਾ ਕਰਨ ਵਾਲੇ, ਮੈਨੂੰ ਮਿਲ, ਮੇਰਾ ਤੇਰੇ ਨਾਲ ਮਿਲਾਪ ਹੋ ਜਾਏ। ਨਾ ਕਬਹੂ ਝੂਰੀਏ, ਤਾਂ ਕਿ ਮੈਂ ਕਦੇ ਤੌਖਲੇ ਨਾ ਕਰਾਂ, ਮੈਂ ਝੂਰਾ ਨਾ, ਮੇਰੀ ਜ਼ਿੰਦਗੀ ਵਿੱਚ ਝੋਰੇ, ਫਿਕਰ, ਕਾੜੇ, ਅੰਦੇਸ਼ੇ ਨਾ ਰਹਿਣ। ਇਸ ਲਈ ਮੇਰੇ ਮਾਲਕ ਮੈਨੂੰ ਮਿਲ। ਤਾਂ ਇੱਥੇ ਦੋ ਗੱਲਾਂ ਦੱਸੀਆਂ ਜਾ ਰਹੀਆਂ ਨੇ। ਜੋ ਇਨਸਾਨ ਪ੍ਰਭੂ ਦੇ ਨਾਲ ਮਿਲ ਪੈਂਦਾ ਹੈ, ਯਾਨੀ ਰੱਬੀ ਗੁਣਾਂ ਦੇ ਅੰਦਰ ਜਿਸ ਦੀ ਸੁਰਤ ਲੀਨ ਹੋ ਜਾਂਦੀ ਹੈ, ਜੋ ਰੱਬੀ ਗੁਣਾਂ ਦੇ ਨਾਲ ਇੱਕਮਿਕ ਹੋ ਜਾਂਦਾ ਹੈ, ਉਹਦੇ ਜੀਵਨ ਵਿੱਚ ਫਿਰ ਝੋਰੇ ਔਰ ਫਿਕਰ ਨਹੀਂ ਰਹਿੰਦੇ। ਉਹ ਕਦੇ ਮਾਨਸਿਕ ਰੋਗਾਂ ਦਾ ਸ਼ਿਕਾਰ ਨਹੀਂ ਹੁੰਦਾ, ਕਿਉਂਕਿ ਉਸ ਦੇ ਅੰਦਰ ਹਮੇਸ਼ਾ ਸ਼ੁਭ ਗੁਣ ਨੇ। ਉਹ ਹਮੇਸ਼ਾ ਆਸ਼ਾਵਾਦੀ ਹੈ, ਉਹਦੇ ਅੰਦਰ ਹਮੇਸ਼ਾ ਪੋਜ਼ਿਟਿਵਿਟੀ ਹੈ, ਉਹ ਹਮੇਸ਼ਾ ਚੜ੍ਹਦੀ ਕਲਾ ਦੇ ਅੰਦਰ ਹੈ। ਇਸ ਲਈ ਗੋਬਿੰਦ ਦੇ ਨਾਲ ਮਿਲਣਾ ਹੈ, ਜੇ ਅਸੀਂ ਆਪਣੇ ਝੋਰਿਆਂ ਨੂੰ, ਕਾੜੇ, ਅੰਦੇਸ਼ਿਆਂ ਨੂੰ ਮਿਟਾਣਾ ਹੈ। ਤਾਂ ਇਹ ਮਾਲਕ ਮੈਨੂੰ ਮਿਲ, ਜਿਸ ਕਰਕੇ ਮੇਰੀ ਜ਼ਿੰਦਗੀ ਚੋਂ ਝੋਰੇ ਮਿਟ ਜਾਣ, ਕਾੜੇ ਅੰਦੇਸ਼ੇ ਮਿਟ ਜਾਣ, ਚਿੰਤਾਵਾਂ ਮਿਟ ਜਾਣ, ਫਿਕਰ ਮਿਟ ਜਾਣ। ਦੇਹੁ ਦਰਸ਼ ਮਨ ਚਾਓ, ਲਹਿ ਜਾਹੇ ਵਿਸੂਰੀਏ। ਵਿਸੂਰੀਏ ਦਾ ਮਤਲਬ ਪਛਤਾਵੇ, ਝੋਰੇ, ਸ਼ੋਕ, ਚਿੰਤਾ। ਮਨ ਦਾ ਮਤਲਬ ਮਨ ਵਿੱਚ, ਚਾਓ ਦਾ ਮਤਲਬ ਚੜ੍ਹਦੀ ਕਲਾ। ਮੇਰੇ ਮਨ ਵਿੱਚ ਇੱਥੇ ਚਾਓ ਦਾ ਮਤਲਬ ਇੱਥੇ ਹੈ ਖਿੱਚ, ਚਾਓ ਦਾ ਮਤਲਬ ਇੱਥੇ ਹੈ ਲਗਨ, ਖਿੱਚ। ਦੇਹੋ ਦਰਸ਼ ਮਨ ਚਾਓ, ਕਿ ਮੇਰੇ ਮਨ ਵਿੱਚ ਚਾਹ ਹੈ, ਮੇਰੇ ਮਨ ਵਿੱਚ ਖਿੱਚ ਹੈ, ਲਗਨ ਹੈ, ਕਿ ਮੈਨੂੰ ਆਪਣਾ ਦਰਸ਼ਨ ਦੇ, ਮੈਂ ਤੇਰੇ ਦਰਸ਼ਨ ਕਰਾਂ। ਤੇ ਤੇਰੇ ਦਰਸ਼ਨ ਕਰਨ ਦਾ ਰਿਜ਼ਲਟ ਕੀ ਹੋਏਗਾ? ਲਹਿ ਜਾਹੇ ਵਿਸੂਰੀਏ,
ਜਿਸ ਕਰਕੇ ਮੇਰੇ ਝੋਰੇ ਮਿਟ ਜਾਣ, ਮੇਰੀਆਂ ਚਿੰਤਾਵਾਂ ਮਿਟ ਜਾਣ। ਮੇਰੇ ਮਨ ਦੇ ਅੰਦਰ ਇੱਕ ਹੀ ਚਾਹਤ ਹੈ, ਇੱਕ ਚਾਹ ਹੈ, ਇੱਕ ਉਮੰਗ ਹੈ, ਇੱਕ ਲਗਨ ਹੈ, ਤਾਂਗ ਹੈ ਕਿ ਮੈਨੂੰ ਤੇਰੇ ਦਰਸ਼ਨ ਹੋਣ, ਜਿਸ ਕਰਕੇ ਮੇਰੀਆਂ ਚਿੰਤਾਵਾਂ ਮਿਟ ਜਾਣ। ਤੇ ਯਾਦ ਰੱਖਣਾ, ਰੱਬੀ ਜੋ ਦਰਸ਼ਨ ਨੇ ਅਸੀਂ ਇਸ ਸੰਸਾਰ ਦੇ ਵਿੱਚੋਂ ਹੀ ਕਰਨੇ ਨੇ, ਕੁਦਰਤ ਕਰਕੇ ਵਸਿਆ ਸੋਏ। ਆਮ ਜੋ ਬੰਦਾ ਹੈ ਉਹ ਰੱਬ ਦੇ ਦਰਸ਼ਨ ਹੁੰਦਿਆਂ ਵੀ ਰੱਬ ਦੇ ਦਰਸ਼ਨ ਨਹੀਂ ਕਰ ਪਾਇਆ। ਰੱਬ ਦੇ ਦਰਸ਼ਨ ਵੈਸੇ ਸਾਰਿਆਂ ਨੂੰ ਹੋ ਰਹੇ ਨੇ। ਇਹ ਸੰਸਾਰ ਜਿਹੜਾ ਦਿਸਦਾ ਜਗਤ ਹੈ ਰੱਬ ਦਾ ਹੀ ਤੇ ਰੂਪ ਹੈ। ਇਹ ਵਿਸ਼ ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਜਿੰਨੇ ਆ ਇਸਤਰੀਆਂ ਪੁਰਸ਼ ਨੇ ਰੱਬ ਦਾ ਹੀ ਤੇ ਰੂਪ ਨੇ, ਜੇਤੇ ਔਰਤ ਮਰਦਾਂ ਸਾਜੇ ਇਹ ਸਭ ਰੂਪ ਤੁਮਹਾਰੇ। ਸਭ ਮਹਿ ਜੋਤ ਜੋਤ ਹੈ ਸੋਏ। ਸਾਰਿਆਂ ਦੇ ਅੰਦਰ ਰੱਬ ਦੀ ਜੋਤ ਤਾਂ ਮੌਜੂਦ ਹੈ, ਲੇਕਿਨ ਬੰਦਾ ਵੇਖ ਨਹੀਂ ਪਾਇਆ, ਨਾ ਤਾਂ ਆਪਣੇ ਅੰਦਰ ਨਾ ਦੂਜਿਆਂ ਦੇ ਅੰਦਰ। ਹੁਣ ਦੇਖੋ, ਮੇਰੇ ਤੁਹਾਡੇ ਸਾਰਿਆਂ ਦੇ ਅੰਦਰ ਰੱਬ ਹੈ, ਇਹ ਗੱਲ ਅਸੀਂ ਰੋਜ਼ ਸਾਂਝੀ ਕਰ ਰਹੇ ਹਾਂ। ਔਰ ਗੁਰਬਾਣੀ ਦਾ ਹਰ ਸ਼ਬਦ ਸਾਨੂੰ ਇਹ ਸਮਝਾ ਰਿਹਾ ਹੈ ਕਿ ਘਟ ਘਟ ਮੈਂ ਹਰ ਜੂ ਬਸੈ। ਹੁਣ ਮੇਰੇ ਅੰਦਰ ਰੱਬ ਗੁਣਾਂ ਦੇ ਰੂਪ ਵਿੱਚ ਵਸ ਰਿਹਾ ਹੈ। ਗੁਣ ਨਿਧਾਨ ਭਗਤਨ ਕੋ ਵਰਤਨ, ਸੱਚਾਈ, ਦਇਆ, ਪਿਆਰ, ਮੁਹੱਬਤ, ਇਹ ਸਾਰੇ ਗੁਣ ਮੇਰੇ ਵਿੱਚ ਮੌਜੂਦ ਨੇ। ਇਹ ਸਾਰੇ ਗੁਣ ਤੁਹਾਡੇ ਵਿੱਚ ਵੀ ਮੌਜੂਦ ਨੇ, ਹਰ ਮਨੁੱਖ ਦੇ ਵਿੱਚ ਮੌਜੂਦ ਨੇ। ਪਰ ਪ੍ਰੋਬਲਮ ਮਨੁੱਖ ਦੀ ਇਹ ਹੈ ਕਿ ਉਹਨੇ ਇਹਨਾਂ ਗੁਣਾਂ ਨੂੰ ਪ੍ਰਗਟ ਨਹੀਂ ਕੀਤਾ, ਇਹਨਾਂ ਗੁਣਾਂ ਨੂੰ ਇੰਪਲੀਮੈਂਟ ਨਹੀਂ ਕੀਤਾ, ਇਹਨਾਂ ਗੁਣਾਂ ਨੂੰ ਯੂਜ਼ ਨਹੀਂ ਕੀਤਾ, ਇਹਨਾਂ ਗੁਣਾਂ ਨੂੰ ਨਾ ਤੇ ਆਪਣੇ ਅੰਦਰ ਵੇਖਿਆ ਨਾ ਦੂਜਿਆਂ ਦੇ ਅੰਦਰ ਵੇਖਿਆ। ਤਾਂ ਇਹ ਮਾਲਕ, ਮੇਰੇ ਅੰਦਰ ਇਹ ਤਾਂਘ ਹੈ ਕਿ ਮੈਂ ਤੈਨੂੰ ਵੇਖ ਸਕਾਂ, ਮੈਂ ਇਹਨਾਂ ਗੁਣਾਂ ਨੂੰ ਇੰਪਲੀਮੈਂਟ ਕਰ ਸਕਾਂ, ਔਰ ਮੈਂ ਇਸ ਸੰਸਾਰ ਦੇ ਨਾਲ ਰੱਬ ਵਰਗਾ ਪਿਆਰ ਔਰ ਵਿਹਾਰ ਪੈਦਾ ਕਰ ਸਕਾਂ। ਮੇਰੀ ਜ਼ਿੰਦਗੀ ਵਿੱਚ ਪ੍ਰੀਤ ਪੈਦਾ ਹੋਵੇ ਰੱਬੀ ਗੁਣਾਂ ਦੀ। ਮੈਂ ਇਸ ਸੰਸਾਰ ਨੂੰ ਰੱਬ ਦੇ ਰੂਪ ਵਿੱਚ ਵੇਖ ਸਕਾਂ, ਮੈਨੂੰ ਮਨੁੱਖ ਮਾਤਰ ਦੇ ਅੰਦਰ ਰੱਬ ਦਿਸ ਸਕੇ। ਤੇ ਜਿਸ ਦਿਨ ਬੰਦਾ ਬੰਦੇ ਨੂੰ ਰੱਬ ਦਾ ਰੂਪ ਵੇਖਣਾ ਸ਼ੁਰੂ ਕਰ ਦੇਵੇਗਾ, ਔਰ ਜਿਸ ਦਿਨ ਬੰਦਾ ਬੰਦੇ ਨਾਲ ਰੱਬ ਵਰਗਾ ਪਿਆਰ ਔਰ ਵਿਹਾਰ ਸ਼ੁਰੂ ਕਰ ਦੇਗਾ, ਉਸ ਦਿਨ ਇਹਦੀਆਂ ਚਿੰਤਾਵਾਂ, ਝੋਰੇ, ਕਾੜੇ, ਅੰਦੇਸ਼ੇ ਸਾਰੇ ਦੇ ਸਾਰੇ ਲੈ ਜਾਣਗੇ। ਕਿਉਂਕਿ ਇਨਸਾਨ ਦੀ ਸੋਚ ਮਹਾਨ ਹੋਵੇਗੀ, ਬੋਲ ਮਹਾਨ ਹੋਣਗੇ, ਇਹਦੇ ਕਰਮ ਮਹਾਨ ਹੋਣਗੇ। ਫਿਰ ਇੱਕ ਬੰਦੇ ਨੂੰ ਜੇ ਕੋਈ ਪ੍ਰੋਬਲਮ ਆਏਗੀ ਤਾਂ ਉਹਦੇ ਸੋਲੂਸ਼ਨ ਵਾਸਤੇ 10 ਬੰਦੇ ਉਹਦੇ ਕੋਲ ਖੜੇ ਹੋਏ ਹੋਣਗੇ, ਕਿਉਂਕਿ ਸੋਚ ਹੈ ਨਾ। ਤਾਂ ਇਸ ਲਈ ਇਹ ਮਾਲਕ ਮੈਨੂੰ ਦਰਸ਼ਨ ਦੇ, ਮੇਰੇ ਅੰਦਰ ਇਹ ਤਾਂਘ ਹੈ ਕਿ ਮੇਰੀਆਂ ਚਿੰਤਾਵਾਂ ਔਰ ਫਿਕਰ ਲੈ ਜਾਣ। ਅਗਲਾ ਬਚਨ ਗੁਰਦੇਵ ਪਾਤਸ਼ਾਹ ਜੀ ਕਰਦੇ ਨੇ, ਹੋਏ ਪਵਿੱਤਰ ਸ਼ਰੀਰ ਚਰਨਾ ਧੂੜੀਐ। ਮੈਨੂੰ ਤੇਰੇ ਚਰਨਾਂ ਦੀ ਖਾਕ ਮਿਲ ਜਾਏ, ਜਿਸ ਦੇ ਨਾਲ ਮੇਰਾ ਇਹ ਸਰੀਰ ਪਵਿੱਤਰ ਹੋ ਜਾਏ। ਹੁਣ ਇਹ ਸਰੀਰ ਨੂੰ ਪਵਿੱਤਰ ਕਰਨਾ, ਤੇ ਇੱਥੇ ਸਮਝ ਲੈਣਾ ਕਿ ਸਰੀਰ ਨੂੰ ਪਵਿੱਤਰ ਕਰਨ ਦਾ ਮਤਲਬ ਸਰੀਰ ਦੀ ਸਫਾਈ ਨਹੀਂ ਹੈ, ਸਰੀਰ ਨੂੰ ਧੋ ਲੈਣਾ ਨਹੀਂ ਹੈ, ਕਿਤੇ ਤੀਰਥਾਂ ਆਦਿਕ ਵਿੱਚ ਇਸ਼ਨਾਨ ਕਰ ਲੈਣ ਦਾ ਨਾਮ ਨਹੀਂ ਹੈ। ਉਸ ਪਵਿੱਤਰਤਾ ਦਾ ਤਾਂ ਗੁਰੂ ਪਾਤਸ਼ਾਹ ਜੀ ਨੇ ਥਾਂ ਪਰ ਥਾਂ ਖੰਡਨ ਕੀਤਾ ਹੈ। ਇੱਥੇ ਸਰੀਰ ਪਵਿੱਤਰ ਦਾ ਮਤਲਬ ਕੀ ਹੈ ਕਿ ਜੋ ਮੇਰੇ ਗਿਆਨ ਇੰਦਰੇ ਨੇ, ਸਰੀਰ ਦੇ ਅੰਗ ਨੇ, ਉਹਨਾਂ ਦੇ ਕਰਮ ਪਵਿੱਤਰ ਹੋ ਜਾਣ। ਉਹਨੂੰ ਕਹਿੰਦੇ ਨੇ ਸਰੀਰ ਦਾ ਪਵਿੱਤਰ ਹੋਣਾ। ਮੇਰੀਆਂ ਅੱਖਾਂ ਪਵਿੱਤਰ ਹੋ ਜਾਣ, ਮਤਲਬ ਮੇਰੀਆਂ ਅੱਖਾਂ ਦੇ ਵਿੱਚ ਪਵਿੱਤਰਤਾ ਹੋਵੇ। ਮੇਰੀਆਂ ਅੱਖਾਂ ਵਿੱਚੋਂ ਨਫ਼ਰਤ ਨਹੀਂ, ਮੇਰੇ ਅੱਖਾਂ ਦੇ ਵਿੱਚੋਂ ਪਿਆਰ ਡਲ ਕੇ, ਪਿਆਰ ਚਲ ਕੇ ਮੈਂ ਹਰ ਧੀ ਭੈਣ ਨੂੰ ਆਪਣੀ ਧੀ ਭੈਣ ਸਮਝ ਸਕਾਂ, ਮੈਂ ਹਰ ਇਨਸਾਨ ਨੂੰ ਰੱਬ ਦਾ ਰੂਪ ਕਰਕੇ ਜਾਣ ਸਕਾਂ, ਵੇਖ ਸਕਾਂ। ਇਹ ਹੈ ਅੱਖਾਂ ਪਵਿੱਤਰ। ਮੇਰੀ ਜ਼ਬਾਨ ਪਵਿੱਤਰ ਹੋ ਜਾਏ, ਮੈਂ ਜ਼ਬਾਨ ਦੇ ਨਾਲ ਮਿੱਠੇ, ਪਿਆਰੇ, ਪੋਜ਼ਿਟਿਵ, ਸਕਾਰਾਤਮਕ, ਲੋਕ ਭਲਾਈ ਵਾਲੇ ਬੋਲ ਬੋਲ ਸਕਾਂ। ਮੈਂ ਕੰਨਾਂ ਦੇ ਨਾਲ ਸੱਚ ਸੁਣ ਸਕਾਂ, ਮੈਂ ਹੱਥਾਂ ਦੇ ਨਾਲ ਸ਼ੁਭ ਕਰਮ ਕਰਾਂ, ਸ਼ੁਭ ਕਿਰਤ ਕਰਾਂ ਔਰ ਕਿਸੇ ਦੀ ਹੈਲਪ ਕਰ ਪਾਵਾਂ। ਪੈਰਾਂ ਦੇ ਨਾਲ ਮੈਂ ਸਿੱਧੇ ਰਾਸਤੇ ਤੇ ਜਾਵਾਂ, ਵਿਕਾਰੀ ਰਾਹਾਂ ਤੇ ਨਾ ਤੁਰਾਂ। ਔਰ ਮੇਰਾ ਜੋ ਮਨ ਹੈ ਉਹਦੇ ਅੰਦਰ ਸਚਾਈ ਹੋ ਜਾਏ। ਇਹਨੂੰ ਕਹਿੰਦੇ ਨੇ ਸਰੀਰ ਦਾ ਪਵਿੱਤਰ ਹੋਣਾ। ਤੇ ਚਰਨਾਂ ਧੂੜੀਏ ਦਾ ਮਤਲਬ ਤੇਰੇ ਚਰਨਾਂ ਦੀ ਧੂੜ। ਤੇ ਰੱਬ ਦੇ ਚਰਨ ਕਿਹੜੇ ਨੇ? ਰੱਬੀ ਗੁਣ ਜਿਹੜੇ ਨੇ, ਰੱਬੀ ਰਜਾ ਵਿੱਚ ਤੁਰਨਾ, ਕਿ ਮੈਂ ਤੇਰੀ ਰਜਾ ਦੇ ਵਿੱਚ ਤੁਰਾਂ, ਮੈਂ ਤੇਰੇ ਗੁਣਾਂ ਦਾ ਧਾਰਨੀ ਹੋਵਾਂ, ਜਿਸ ਕਰਕੇ ਮੇਰਾ ਇਹ ਸਰੀਰ, ਮੇਰਾ ਇਹ ਜੀਵਨ, ਮੇਰੇ ਸਰੀਰਕ ਜੋ ਕਰਮ ਨੇ ਉਹ ਪਵਿੱਤਰ ਹੋ ਜਾਣ। ਪਾਰ ਬ੍ਰਹਮ
गुरुदेव सदा हजूरी है। हे प्रभु, हे गुरुदेव, मेरे ते रहमत कर, मैं सदा तेरी हजूरी विच रहा। पार ब्रह्म गुरुदेव ये दोवें शब्द रब वास्ते वरत रहे ने। हे प्रभु, हे गुरुदेव, मेहर कर, मैं सदा तेरी हजूरी विच रहा। हजूरी दा मतलब तेरी हजूरी विच रहा। हुण देखो, है तां असीं रब दी हजूरी विच ही हां। साडे तो दूर रब कदे भी नहीं है। पूर रहो सर्वत्र मैं मन सदा ध्याई। वो हमेशा नाल है, लेकिन असीं रब दे नाल नहीं। असीं आनंद साहब जी दी पावन बाणी विच भी बचन पढ़े सन ना, गुरु जी दे विचार कीते सन। ए मन मेरिया तू सदा रहो हर नाले, कि रब ते तेरे नाल है, तू रब दे नाल रहो। हुण देखो, मैं रब दे नाल किवें नहीं हां ते रब मेरे नाल किवें है। मेरे नाल सच्चाई, दया, धर्म, धीरज ये सारे है ने ना, मेरे नाल हमेशा ने। जिथे भी जगत विच जाओ उत्थे ये गुण मौजूद ने, हर थां ते मौजूद ने और मेरे अंदर मौजूद ने। लेकिन मैं इन्हां गुणां दे नाल नहीं हां। मैं इन्हां गुणां नूं यूज नहीं कर रहा। मैं सच तो दूर हां, मैं दया तो दूर हां, मैं प्रेम तो दूर हां। मैं रब नूं हर थां ते नहीं वेख रहा। जे मैं रब नूं हर थां ते वेखां ਤਾਂ ਫਿਰ ਮੇਰਾ ਸਾਰਾ ਬਿਹੇਵੀਅਰ ਚੇਂਜ ਹੋਏਗਾ। ਫਿਰ ਮੈਂ ਉਹ ਕਰਮ ਕਰਾਂਗਾ, ਉਹ ਬੋਲ ਬੋਲਾਂਗਾ ਜੋ ਰੱਬ ਦੀ ਹਜ਼ੂਰੀ ਵਿੱਚ ਕੀਤੇ ਜਾ ਸਕਦੇ ਨੇ, ਦੂਜੇ ਨਹੀਂ। ਤਾਂ हे ਮਾਲਕ, ਮੇਰੇ ਤੇ ਰਹਿਮਤ ਕਰ ਕਿ ਮੈਂ ਤੇਰੀ ਹਾਜ਼ਰੀ ਵਿੱਚ ਰਹਿ ਸਕਾਂ, ਤੈਨੂੰ ਹਾਜ਼ਰ ਨਾਜ਼ਰ ਸਮਝ ਸਕਾਂ, ਤੈਨੂੰ ਹਾਜ਼ਰ ਨਾਜ਼ਰ ਵੇਖ ਸਕਾਂ ਔਰ ਤੇਰੇ ਗੁਣਾਂ ਨੂੰ ਮੈਂ ਆਪਣੀ ਜ਼ਿੰਦਗੀ ਵਿੱਚ ਇੰਪਲੀਮੈਂਟ ਕਰ ਸਕਾਂ। ਸ਼ਲੋਕ। ਰਸਨਾ ਉਚਰੰਤ ਨਾਮੰ श्रवणं सुनंत शब्द अमृत है। ਹੁਣ ਗੁਰਦੇਵ ਪਾਤਸ਼ਾਹ ਜੀ ਉਹਨਾਂ ਦੀ ਗੱਲ ਕਰਦੇ ਨੇ ਜੋ ਜੀਵ ਦੇ ਨਾਲ ਪ੍ਰਭੂ ਦੇ ਹੁਕਮ ਔਰ ਪ੍ਰਭੂ ਦੀ ਸਿਫਤ ਸਲਾਹ ਦੀ ਗੱਲ ਕਰਦੇ ਨੇ। ਉਚਰੰਤ ਦਾ ਮਤਲਬ ਜੋ ਉਚਰਦੇ ਨੇ, ਰਸਨਾ ਦਾ ਮਤਲਬ ਜੀਵ ਦੇ ਨਾਲ, ਜੋ ਜੀਵ ਦੇ ਨਾਲ ਨਾਮ ਦਾ ਉਚਾਰਨ ਕਰਦੇ ਨੇ, ਰੱਬੀ ਗੁਣਾਂ ਨੂੰ ਜੋ ਗਾਉਂਦੇ ਨੇ। श्रवणंग ਦਾ ਮਤਲਬ ਕੰਨਾਂ ਨਾਲ, ਸੁਣਨ ਦਾ ਮਤਲਬ ਸੁਣਦੇ ਨੇ, ਸ਼ਬਦ ਦਾ ਮਤਲਬ ਉਪਦੇਸ਼, ਅੰਮ੍ਰਿਤ ਦਾ ਮਤਲਬ ਆਤਮਿਕ ਜੀਵਨ ਦੇਣ ਵਾਲਾ। ਜੋ ਮਨੁੱਖ ਆਪਣੀ ਰਸਨਾ ਨਾਲ ਪ੍ਰਭੂ ਦੇ ਗੁਣਾਂ ਦਾ ਉਚਾਰਨ ਕਰਦੇ ਨੇ, ਰੱਬੀ ਹੁਕਮ ਦੀ ਗੱਲ ਕਰਦੇ ਨੇ, ਰੱਬੀ ਸਿਫਤ ਸਲਾਹ ਕਰਦੇ ਨੇ, ਔਰ ਜੋ ਕੰਨਾਂ ਦੇ ਨਾਲ ਸਿਫਤ ਸਲਾਹ ਦੀ ਪਾਵਨ ਬਾਣੀ ਸੁਣਦੇ ਨੇ। शब्द का मतलब आत्मक जीवन देने वाला गुरु का उपदेश, जो कन्ना दे नाल आत्मक जीवन देने वाला शब्द गुरु का सुनते ने और जबान दे नाल जो प्रभु की सिफत सलाह करते ने, उन्हां दी गल गुरुदेव पातशाह जी सन करके दस रहे ने। नानक तिन बलिहारन जिन्ना ध्यान पार ब्रह्मण है। जो पार ब्रह्म का ध्यान धरते ने, ਧਿਆਨ ਦਾ ਮਤਲਬ ਜਿਨ੍ਹਾਂ ਦੀ ਲਗਨ ਪ੍ਰਭੂ ਦੇ ਗੁਣਾਂ ਨਾਲ ਲੱਗੀ ਹੈ, ਜਿਨ੍ਹਾਂ ਦੀ ਸੋਚ ਦੇ ਅੰਦਰ ਪਾਰ ਬ੍ਰਹਮ ਵਸਿਆ ਹੈ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ, ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਹਾਂ, ਜੋ ਮਨ, ਬਚਨ ਔਰ ਕਰਮ ਕਰਕੇ ਰੱਬੀ ਰਜਾ ਵਿੱਚ ਤੁਰਦੇ ਨੇ ਔਰ ਪ੍ਰਭੂ ਨੂੰ ਆਪਣੇ ਧਿਆਨ ਵਿੱਚ ਵਸਾਉਂਦੇ ਨੇ। ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ। ਯਾਨੀ ਅਸੀਂ ਐਸੇ ਇਨਸਾਨਾਂ ਦੀ ਸੰਗਤ ਕਰਨੀ ਹੈ, ਐਸੇ ਇਨਸਾਨਾਂ ਨੂੰ ਮਾਣ, ਆਦਰ, ਸਤਿਕਾਰ ਦੇਣਾ ਹੈ। ਜਦੋਂ ਅਸੀਂ ਐਸੇ ਪੁਰਸ਼ਾਂ ਦੀ, ਵੀਰਾਂ ਭੈਣਾਂ ਦੀ ਸੰਗਤ ਕਰਾਂਗੇ ਤਾਂ ਸਾਡੇ ਅੰਦਰ ਵੀ ਇਹ ਉਤਸ਼ਾਹ ਪੈਦਾ ਹੋਏਗਾ। ਜੋ ਜਿਹੋ ਜੀ ਸੰਗਤ ਵਿੱਚ ਮਿਲਦਾ ਹੈ, ਉਹਦੀ ਜੀਵਨ ਦੀ ਹਾਲਾਤ ਉਸੇ ਤਰ੍ਹਾਂ ਦੀ ਬਣ ਜਾਂਦੀ। ਹਬ ਕੂੜਾਵੇ ਕੰਮ ਇਕਸ ਸਾਈ ਬਾਹਰੇ। ਇਹ ਜੋ ਸਾਈ ਸ਼ਬਦ ਹੈ, ਸਾਈ ਨਹੀਂ ਪੜਨਾ। ਸਾਈ ਦਾ ਅਰਥ ਹੋ ਜਾਏਗਾ ਉਹ। ਇੱਥੇ ਦਾ ਮੀਨਿੰਗ ਹੈ ਸਾਈ, ਰੱਬ। ਕੁੜਾਵੇ ਦਾ ਮਤਲਬ ਝੂਠੇ, ਵਿਅਰਥ, ਬੇਕਾਰ, ਜਿਨ੍ਹਾਂ ਦਾ ਕੋਈ ਲਾਭ ਨਹੀਂ। ਹਬ ਦਾ ਮਤਲਬ ਸਾਰੇ। ਤਾਂ ਇੱਕ ਖਸਮ ਪ੍ਰਭੂ ਦੀ ਯਾਦ ਤੋਂ ਬਿਨਾਂ, ਯਾਨੀ ਰੱਬੀ ਗੁਣਾਂ ਨੂੰ ਗਾਣ ਤੋਂ ਬਿਨਾਂ, ਰੱਬੀ ਗੁਣਾਂ ਨੂੰ ਆਪਣੀ ਜ਼ਿੰਦਗੀ ਵਿੱਚ ਇੰਪਲੀਮੈਂਟ ਕਰਨ ਤੋਂ ਬਿਨਾਂ ਬਾਕੀ ਦੇ ਸਾਰੇ ਕੰਮ ਵਿਅਰਥ ਨੇ, ਦੁਖਦਾਈ ਨੇ, ਉਹਨਾਂ ਦਾ ਕੋਈ ਲਾਭ ਨਹੀਂ ਹੈ ਜੀਵਨ ਵਿੱਚ।
ਜਿਵੇਂ ਆਵਰਤ, ਨਰਾਤੇ, ਸਰਾਧ ਆਦਿਕ ਨੇ, ਤਾਂ ਇਹਨਾਂ ਕੰਮਾਂ ਦਾ ਸਾਡੇ ਜੀਵਨ ਵਿੱਚ ਕੋਈ ਲਾਭ ਨਹੀਂ ਹੈ। ਨਾ ਇਹਨਾਂ ਕੰਮਾਂ ਨੇ ਇਨਸਾਨੀਅਤ ਪੈਦਾ ਕਰਨੀ ਹੈ, ਨਾ ਇਹਨਾਂ ਨੇ ਕੋਈ ਆਤਮਿਕ ਖੇੜਾ ਪੈਦਾ ਕਰਨਾ ਹੈ, ਨਾ ਆਤਮਿਕ ਵਿਗਾਸਤਾ ਔਰ ਵਿਗਾਸਤਾ ਹੀ ਪੈਦਾ ਕਰਨੀ। ਇਸ ਤੋਂ ਇਲਾਵਾ ਜੋ ਈਰਖਾ, ਦਵੇਸ਼, ਵੈਰ, ਵਿਰੋਧ ਦੇ ਕਰਮ ਨੇ, ਉਹਨਾਂ ਨੇ ਸਾਡੀ ਜ਼ਿੰਦਗੀ ਅੰਦਰ ਖੁਸ਼ੀ ਪੈਦਾ ਨਹੀਂ ਕਰਨੀ। ਉਹਨਾਂ ਨੇ ਸਾਡੇ ਜੀਵਨ ਦੇ ਅੰਦਰ ਦੁਖਾਂਤ ਹੀ ਪੈਦਾ ਕਰਨੇ ਨੇ। ਔਰ ਇਸ ਸੰਸਾਰ ਦੇ ਅੰਦਰ ਜਿੰਨੇ ਵੀ ਕਰਮ ਨੇ, ਦੁਖਾਂਤ ਨੇ, ਦੁੱਖ ਨੇ, ਉਹ ਮਾੜੇ ਕੰਮਾਂ ਕਰਕੇ ਨੇ, ਮਾੜੀ ਸੋਚ ਕਰਕੇ ਨੇ। ਚਾਹੇ ਉਹ ਸੋਚ ਮੇਰੀ ਮਾੜੀ ਹੈ ਜਾਂ ਤੁਹਾਡੀ, ਲੇਕਿਨ ਇਸ ਜੀਵਨ ਦੇ ਅੰਦਰ ਜੋ ਦੁੱਖ ਨੇ ਉਹ ਮਾੜੀ ਸੋਚ ਔਰ ਮਾੜੇ ਬਿਹੇਵੀਅਰ ਕਰਕੇ। ਇਸ ਲਈ ਗੁਰੂ ਜੀ ਕਹਿੰਦੇ ਨੇ ਰੱਬੀ ਗੁਣਾਂ ਨੂੰ ਇੰਪਲੀਮੈਂਟ ਕਰਨ ਤੋਂ ਬਿਨਾ ਬਾਕੀ ਦੇ ਸਾਰੇ ਹੀ ਕੰਮ ਵਿਅਰਥ ਨੇ। ਇਹਦਾ ਮਤਲਬ ਇਹ ਨਹੀਂ ਕਿ ਕੰਮ ਨਹੀਂ ਕਰਨੇ, ਇਹਦਾ ਮਤਲਬ ਇਹ ਹੈ ਕਿ ਗੁਣਾਂ ਨੂੰ ਵਿਸਾਰ ਕੇ, ਸੱਚ ਨੂੰ ਵਿਸਾਰ ਕੇ ਜਿਹੜਾ ਕੰਮ ਕੀਤਾ ਜਾਏਗਾ ਉਹ ਵਿਅਰਥ ਹੋਏਗਾ, ਉਹ ਦੁਖਦਾਈ ਹੋਏਗਾ। ਨਾਨਕ ਸਈ ਧਨ ਜਿਨ੍ਹਾਂ ਪਿਰਹੜੀ ਸੱਚ ਸਿਉ। ਸਈ ਦਾ ਮਤਲਬ ਉਹ ਮਨੁੱਖ, ਧਨ ਦਾ ਮਤਲਬ ਭਾਗਾਂ ਵਾਲੇ ਨੇ, ਪਿਰਹੜੀ ਦਾ ਮਤਲਬ ਪ੍ਰੀਤ। ਉਹ ਬੰਦੇ ਭਾਗਾਂ ਵਾਲੇ ਨੇ, ਉਹ ਬੰਦੇ ਧਨ ਨੇ, ਮਹਾਨ ਨੇ। ਸ਼ਾਬਾਸ਼ ਉਹਨਾਂ ਦੀ ਜ਼ਿੰਦਗੀ ਨੂੰ ਜਿਨ੍ਹਾਂ ਦੀ ਪ੍ਰੀਤ ਸੱਚ ਦੇ ਨਾਲ, ਜਿਨ੍ਹਾਂ ਪਿਰਹੜੀ ਸੱਚ ਸਿਉ, ਜਿਨ੍ਹਾਂ ਦੀ ਪ੍ਰੀਤ ਸੱਚ ਦੇ ਨਾਲ ਹੈ, ਜਿਨ੍ਹਾਂ ਦਾ ਸੱਚ ਨਾਲ ਪਿਆਰ ਹੈ, ਉਹ ਇਨਸਾਨ ਧਨ ਨੇ, ਉਹ ਧਨਤਾ ਯੋਗ ਹੈ, ਮਹਾਨ ਨੇ ਉਹ ਇਨਸਾਨ। ਔਰ ਜੋ ਸੱਚੇ ਰਾਹਾਂ ਤੇ ਚੱਲੇਗਾ ਉਹੀ ਇਸ ਸਮਾਜ ਦਾ ਭਲਾ ਕਰ ਸਕਦਾ ਹੈ। ਔਰ ਇਸ ਸਮਾਜ ਦਾ ਔਰ ਸਾਡੇ ਆਪਣੇ ਜੀਵਨ ਦਾ ਭਲਾ ਤਾਂ ਹੀ ਹੋ ਸਕਦਾ ਹੈ ਜੇ ਅਸੀਂ ਵੀ ਔਰ ਬਾਕੀ ਸਮਾਜ ਦੇ ਲੋਕ ਵੀ ਸੱਚ ਦੇ ਨਾਲ ਜੁੜ ਜਾਣ। ਸੱਚ ਹੀ ਸਾਡੇ ਸਾਰੀਆਂ ਸਮੱਸਿਆਵਾਂ ਦਾ ਸੋਲੂਸ਼ਨ ਹੈ। ਸੱਚ ਸਭਨਾ ਹੋਏ ਦਾਰੂ, ਪਾਪ ਕੱਢੇ ਧੋਏ, ਨਾਨਕ ਵਖਾਣੇ ਬੇਨਤੀ। ਜਿਨ ਸੱਚ ਪੱਲੇ ਹੋਏ। ਕੇਵਲ ਔਰ ਕੇਵਲ ਸੱਚ ਹੀ ਇੱਕ ਐਸੀ ਦਾਤ ਹੈ ਜੋ ਮਨੁੱਖੀ ਸਮੱਸਿਆਵਾਂ ਦਾ ਸੋਲੂਸ਼ਨ ਕਰ ਸਕਦਾ ਹੈ, ਬਿਨਾਂ ਸੱਚ ਤੋਂ ਨਹੀਂ। ਇਸ ਲਈ ਧਨਤਾ ਯੋਗ ਨੇ ਉਹ ਇਨਸਾਨ ਜਿਨ੍ਹਾਂ ਦੀ ਪ੍ਰੀਤ ਸੱਚ ਦੇ ਨਾਲ ਬਣੀ ਹੈ। ਪੌੜੀ। ਸਦ ਬਲਿਹਾਰੀ ਤਿਨਾ ਜੇ ਸੁਣਤੇ ਹਰ ਕਥਾ। ਗੁਰੂ ਜੀ ਕਹਿੰਦੇ ਨੇ ਮੈਂ ਉਹਨਾਂ ਇਨਸਾਨਾਂ ਤੋਂ ਬਲਿਹਾਰ ਹਾਂ ਜੋ ਹਰੀ ਦੀ ਕਥਾ ਸੁਣਦੇ ਨੇ। ਹੁਣ ਹਰੀ ਦੀ ਕਥਾ ਨੂੰ ਸਮਝ ਲੈਣਾ। ਕਥਾ ਦਾ ਮਤਲਬ ਇਹ ਹੀ ਨਹੀਂ ਹੈ ਕਿ ਜੋ ਮੈਂ ਬੋਲ ਰਿਹਾ ਹਾਂ, ਕਥਾ ਕਰ ਰਿਹਾ ਹਾਂ, ਕੇਵਲ ਇਹੀ ਕਥਾ ਹੈ। ਦੇਖੋ ਇਹ ਕਥਾ ਹੈ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਲੇਕਿਨ ਹਰ ਕੀ ਕਥਾ ਦਾ ਮਤਲਬ ਹੈ ਕਿ ਰੱਬ ਦੀ ਸਿਫਤ ਸਲਾਹ ਦੀਆਂ ਗੱਲਾਂ ਸੁਣਨੀਆਂ। ਚਾਹੇ ਤੁਸੀਂ ਸੰਗਤ ਵਿੱਚ ਬੈਠ ਕੇ ਸੁਣ ਰਹੇ ਹੋ ਜਾਂ ਆਪਣੇ ਘਰ ਵਿੱਚ ਬਹਿ ਕੇ ਆਪਣੇ ਕਿਸੇ ਬੱਚੇ ਤੋਂ ਚੰਗੀ ਗੱਲ ਸੁਣ ਰਹੇ ਹੋ, ਰੱਬ ਦੀ ਗੱਲ, ਰੱਬੀ ਗੁਣਾਂ ਦੀ ਗੱਲ। ਸੱਚ ਹੈ, ਨਿਰਭੈਤਾ ਹੈ, ਨਿਰਵੈਰਤਾ ਹੈ, ਦਇਆ ਹੈ, ਪਿਆਰ ਹੈ, ਮੁਹੱਬਤ ਹੈ, ਇਹਦੀਆਂ ਗੱਲਾਂ ਸੁਣ ਰਹੇ ਹੋ। ਸਮਾਜ ਭਲਾਈ ਦੀਆਂ, ਲੋਕ ਭਲਾਈ ਦੀਆਂ, ਵਿਕਾਸ ਦੀਆਂ, ਚੰਗਿਆਈਆਂ ਦੀਆਂ, ਤਾਂ ਇਹਨੂੰ ਕਹਿੰਦੇ ਨੇ ਹਰੀ ਦੀ ਕਥਾ, ਯਾਨੀ ਰੱਬ ਦੀ ਸਿਫਤ ਸਲਾਹ। ਜਿਹੜੇ ਸੁਣਦੇ ਨੇ ਮੈਂ ਉਹਨਾਂ ਤੋਂ ਕੁਰਬਾਨ ਹਾਂ। ਔਰ ਇਹ ਗੱਲ ਸਮਝਣ ਵਾਲੀ ਹੈ ਕਿ ਜੋ ਬੰਦਾ ਸੁਣੇਗਾ ਵੈਸਾ ਹੀ ਉਹ ਹੋ ਜਾਏਗਾ। ਹੁਣ ਜਦੋਂ ਅਸੀਂ ਸੁਣਦੇ ਹਾਂ ਕਿ ਫਲਾਂ ਜੋਤਸ਼ੀ ਬੜਾ ਸਿਆਣਾ ਹੈ ਜੀ, ਤਾਂ ਲੋਕ ਜੋਤਸ਼ੀਆਂ ਵੱਲ ਚਲੇ ਗਏ। ਫਲਾਂ ਪੀਰ ਦੀ ਕਬਰ ਤੇ ਮੱਥਾ ਟੇਕੀਏ ਤੇ ਮੁਕਦਮੇ ਜਿੱਤ ਜਾਂਦੇ ਨੇ, ਵੀਜ਼ੇ ਲੱਗ ਜਾਂਦੇ ਨੇ। ਲੋਕਾਂ ਨੇ ਇਹ ਗੱਲਾਂ ਸੁਣੀਆਂ ਤੇ ਇਹਨਾਂ ਪਖੰਡਾਂ ਪਿੱਛੇ ਪੈ ਗਏ। ਤਾਂ ਇੰਡੀਆ ਵਿੱਚ ਇੱਕ ਗੁਰਦੁਆਰਾ ਸਾਹਿਬ ਦੇਖਿਆ ਨਾ, ਉੱਥੇ ਲੋਕ ਜਹਾਜ਼ ਚੜਾਉਂਦੇ ਨੇ ਖਿਡੌਣੇ ਦੁਕਾਨਾਂ ਤੋਂ ਲੈ ਲੈ ਕੇ, ਤੇ ਉਹ ਪ੍ਰਬੰਧਕ ਫਿਰ ਵੇਚ ਦਿੰਦੇ ਨੇ, ਲੋਕੀ ਉੱਥੋਂ ਖਰੀਦ ਕੇ ਫਿਰ ਚੜਾ ਦਿੰਦੇ ਨੇ। ਔਰ ਵਹਿਮ ਇਹ ਪਾਇਆ ਗਿਆ ਵੀ ਜਿਹੜਾ ਇੱਥੇ ਜਹਾਜ਼ ਚੜਾਏਗਾ ਉਹਦਾ ਵੀਜ਼ਾ ਲੱਗ ਜਾਏਗਾ। ਹੁਣ ਇਹ ਗੱਲਾਂ ਸੁਣੀਆਂ ਤੇ ਸਾਡੇ ਮਨ ਦੇ ਵਿੱਚ ਵਹਿਮ ਬਹਿ ਗਿਆ, ਕਿਉਂਕਿ ਜੋ ਅਸੀਂ ਸੁਣਾਂਗੇ ਉਹ ਸਾਡੇ ਸਬਕੌਂਸ਼ੀਅਸ ਅੰਦਰ ਚਲੇ ਜਾਣਾ ਹੈ। ਜੇ ਕਾਮ, ਕ੍ਰੋਧ, ਲੋਭ ਦੀਆਂ ਗੱਲਾਂ ਸੁਣਾਂਗੇ ਤਾਂ ਉਹ ਸਾਡੇ ਅੰਦਰ ਜਾਣਗੀਆਂ। ਜੇ ਈਰਖਾ, ਦਵੇਸ਼, ਵੈਰ, ਵਿਰੋਧ ਦੀਆਂ ਗੱਲਾਂ ਸੁਣਾਂਗੇ ਤਾਂ ਉਹ ਸਾਡੇ ਅੰਦਰ ਜਾਣਗੀਆਂ। ਇਸ ਲਈ ਗੁਰੂ ਜੀ ਕਹਿੰਦੇ ਨੇ ਮੈਂ ਕੁਰਬਾਨ ਵਾਰ ਨੇ ਸਦਕੇ ਹਾਂ ਉਹਨਾਂ ਤੋਂ ਜਿਹੜੇ ਇਨਸਾਨ ਸਿਰਫ ਰੱਬ ਦੀ ਸਿਫਤ ਸਲਾਹ ਦੀ ਗੱਲ ਸੁਣਦੇ ਨੇ। ਇਸ ਲਈ ਮੈਂ ਰੋਜ਼ ਬੇਨਤੀ ਕਰ ਰਿਹਾ ਹਾਂ ਕਿ ਕਦੇ ਵੀ ਨੈਗੇਟਿਵ ਬੋਲ ਨਾ ਬੋਲੋ ਔਰ ਕਦੇ ਵੀ ਨੈਗੇਟਿਵ ਬੋਲ ਸੁਣੋ ਨਾ।
ਜਦੋਂ ਅਸੀਂ ਨੈਗੇਟਿਵ ਬੋਲ ਕੇ ਵਿਕਾਰਾਂ ਵਾਲੀਆਂ ਗੱਲਾਂ ਕਰਦੇ ਹਾਂ ਤਾਂ ਇਹਦਾ ਮਤਲਬ ਅਸੀਂ ਲੋਕਾਂ ਦੇ ਅੰਦਰ ਉਹ ਚੀਜ਼ਾਂ ਫੈਲਾ ਰਹੇ ਹਾਂ, ਪਾ ਰਹੇ ਹਾਂ। ਪੋਜ਼ਿਟਿਵ ਬੋਲੋ, ਪੋਜ਼ਿਟਿਵ ਸੁਣੋ, ਇਸ ਲਈ ਪੋਜ਼ਿਟਿਵਿਟੀ ਹੀ ਫੈਲੇਗੀ। ਤਾਂ ਮੈਂ ਕੁਰਬਾਨ ਹਾਂ ਉਹਨਾਂ ਤੋਂ ਜੋ ਪ੍ਰਭੂ ਦੀ ਸਿਫਤ ਸਲਾਹ ਦੀ ਬਾਣੀ ਸਰਵਣ ਕਰਦੇ ਨੇ। ਪੂਰੇ ਤੇ ਪ੍ਰਧਾਨ ਨਿਵਾਵੇਂ ਪ੍ਰਭ ਮੱਥਾ। ਪੂਰੇ ਦਾ ਮਤਲਬ ਪੂਰੇ ਨੇ, ਉਹਨਾਂ ਦੇ ਜੀਵਨ ਵਿੱਚ ਕੋਈ ਊਨਤਾ ਹੀ ਨਹੀਂ ਰਹਿੰਦੀ। ਪ੍ਰਧਾਨ ਦਾ ਮਤਲਬ ਸਭ ਤੋਂ ਚੰਗੇ, ਸਭ ਤੋਂ ਉੱਤਮ, ਸਭ ਤੋਂ ਵੱਡੇ, ਸਭ ਤੋਂ ਮਹਾਨ। ਤਾਂ ਗੁਰੂ ਜੀ ਕਹਿੰਦੇ ਨੇ ਉਹ ਮਨੁੱਖ ਸਭ ਗੁਣਾਂ ਵਾਲੇ, ਸ਼ੁਭ ਗੁਣਾਂ ਵਾਲੇ ਨੇ, ਸਭ ਤੋਂ ਚੰਗੇ ਨੇ। ਨਿਵਾਵੇਂ ਪ੍ਰਭ ਮੱਥਾ, ਜੋ ਪ੍ਰਭੂ ਅੱਗੇ ਮੱਥਾ ਨਿਵਾਉਂਦੇ ਨੇ। ਪ੍ਰਭੂ ਅੱਗੇ ਮੱਥਾ ਨਿਵਾਉਣ ਦਾ ਮਤਲਬ ਜੋ ਰੱਬ ਦੀ ਰਜ਼ਾ ਵਿੱਚ ਤੁਰਦੇ ਨੇ, ਰੱਬ ਦੀ ਸ਼ਰਨ ਵਿੱਚ ਆ ਜਾਂਦੇ ਨੇ। ਮੈਂ ਰੋਜ਼ ਬੇਨਤੀ ਕਰ ਰਿਹਾ ਨਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਣ ਦਾ ਮੀਨਿੰਗ ਕੀ ਹੈ, ਮਤਲਬ ਕੀ ਹੈ, ਭਾਵ ਕੀ ਹੈ? ਉਹਦਾ ਭਾਵ ਇਹ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਮੱਥਾ ਟੇਕ ਕੇ ਇਹ ਪ੍ਰੋਮਿਸ ਕਰ ਰਹੇ ਹਾਂ, ਵਾਅਦਾ ਕਰ ਰਹੇ ਹਾਂ, ਪ੍ਰਤਿੱਗਿਆ ਕਰ ਰਹੇ ਹਾਂ ਕਿ हे ਪਾਤਸ਼ਾਹ, ਮੈਂ ਆਪ ਦੀ ਪਾਵਨ ਬਾਣੀ ਨੂੰ ਸਿਰ ਮੱਥੇ ਮੰਨਾਂਗਾ ਔਰ ਮੈਂ ਇਸ ਪਾਵਨ ਬਾਣੀ ਤੇ ਅਮਲ ਕਰਾਂਗਾ। ਮੈਂ ਆਪਣੀ ਮੱਤ ਨੂੰ ਤਿਆਗ ਕੇ ਆਪ ਦੀ ਮੱਤ ਦਾ ਆਧਾਰ ਨਹੀਂ ਹੋਵਾਂਗਾ। ਜੋ ਵੇ ਆਫ ਲਾਈਫ ਦੇ ਰਹੇ ਹੋ ਉਸ ਵੇ ਆਫ ਲਾਈਫ ਨੂੰ ਅਪਣਾਵਾਂਗਾ। ਜੋ ਤੁਹਾਡੇ ਪਾਵਨ ਸਿਧਾਂਤ ਨੇ, ਜੋ ਤੁਹਾਡੀ ਵਿਚਾਰਧਾਰਾ ਹੈ, ਮੈਂ ਉਹਨੂੰ ਸਿਰ ਮੱਥੇ ਮੰਨਣ ਦੀ ਪ੍ਰੋਮਿਸ ਕਰਦਾ ਹਾਂ। ਮੱਥਾ ਟੇਕਣ ਦਾ ਮਤਲਬ ਇਹ ਹੈ। ਮੱਥਾ ਟੇਕਣ ਦਾ ਮਤਲਬ ਹੀ ਸ਼ਰਨ ਵਿੱਚ ਆਉਣਾ ਹੈ, ਰੱਬੀ ਰਜ਼ਾ ਵਿੱਚ ਤੁਰਨਾ ਹੈ। ਤਾਂ ਗੁਰੂ ਜੀ ਕਹਿੰਦੇ ਨੇ ਉਹ ਸਭ ਤੋਂ ਚੰਗੇ ਨੇ, ਸਭ ਤੋਂ ਮਹਾਨ ਨੇ, ਜੋ ਰੱਬ ਅੱਗੇ ਮੱਥਾ ਟੇਕਦੇ ਨੇ, ਝੁਕਾਉਂਦੇ ਨੇ, ਭਾਵ ਜੋ ਰੱਬੀ ਰਜ਼ਾ ਦੇ ਅੰਦਰ ਤੁਰਦੇ ਨੇ, ਉਹ ਮਹਾਨ ਨੇ। ਤੇ ਯਾਦ ਰੱਖਣਾ, ਜਿਹੜਾ ਰੱਬੀ ਰਜ਼ਾ ਵਿੱਚ ਤੁਰਦਾ ਹੈ, ਖਜ਼ਾਨੇ ਵਿੱਚ ਉਹ ਹੀ ਪੈਂਦਾ ਹੈ। ਹੁਕਮ ਰਜ਼ਾਈ ਜੋ ਚੱਲੇ ਸੋ ਪਵੇ ਖਜ਼ਾਨੇ। ਹਰ ਜਸ ਲਿਖੇ ਬੇਅੰਤ ਸੋਹੇ ਸੇ ਹੱਥਾ। ਸੋਹੇ ਦਾ ਮਤਲਬ ਸ਼ੋਭਦੇ ਨੇ, ਸੋਹਣੇ ਲੱਗਦੇ ਨੇ। ਹਰ ਜਸ ਲਿਖੇ ਬੇਅੰਤ, ਜੋ ਬੇਅੰਤ ਪ੍ਰਭੂ ਦੀ ਸ਼ੋਭਾ ਲਿਖਦੇ ਨੇ, ਉਹ ਹੱਥ ਸ਼ੋਭਨੀਕ ਨੇ, ਉਹ ਹੱਥ ਸੋਹਣੇ ਲੱਗਦੇ ਨੇ। ਦੇਖੋ, ਜੇ ਤੁਸੀਂ ਰਾਈਟਰ ਹੋ, ਕੁਛ ਲਿਖ ਰਹੇ ਹੋ, ਤਾਂ ਗੁਰੂ ਜੀ ਕਹਿੰਦੇ ਨੇ ਰਾਈਟਰ, ਲੇਖਕ ਉਹੀ ਸ਼ੁਭ ਹੈ, ਉਹ ਹੱਥ ਚੰਗੇ ਨੇ ਜੋ ਸਿਫਤ ਸਲਾਹ ਦੀ ਗੱਲ ਲਿਖਦੇ ਨੇ, ਜੋ ਸਕਾਰਾਤਮਕ ਬੋਲ ਲਿਖਦੇ ਨੇ, ਜੋ ਗੁਣਾਂ ਵਾਲਾ ਲਿਟਰੇਚਰ ਲਿਖਦੇ ਨੇ, ਉਹੀ ਹੱਥ ਸ਼ੋਭਨੀਕ ਨੇ। ਉਹ ਹੱਥ ਸ਼ੋਭਨੀਕ ਨਹੀਂ ਜਿਹੜੇ ਕਰਮ ਕਾਂਡਾਂ ਦੀਆਂ ਲਿਖਤਾਂ ਲਿਖ ਦਿੰਦੇ ਨੇ ਔਰ ਲੋਕਾਂ ਦੇ ਅੰਦਰ ਕਰਮ ਕਾਂਡ ਫੈਲਦੇ ਨੇ। ਕਿੰਨਾ ਐਸਾ ਲਿਟਰੇਚਰ ਲਿਖਿਆ ਹੋਇਆ ਮਿਲਦਾ ਹੈ ਜਿਸ ਦੇ ਅੰਦਰ ਮੜੀਆਂ, ਕਬਰਾਂ, ਦੇਵੀਆਂ, ਦੇਵਤਿਆਂ ਤੇ ਕਰਮ ਕਾਂਡਾਂ ਦਾ ਪ੍ਰਚਾਰ, ਜਿੱਥੇ ਸਾਨੂੰ ਇਹ ਮਿਲ ਜਾਂਦਾ ਕਿ ਇੱਥੋਂ ਮਰਿਆਂ ਬੰਦਿਆਂ ਨੂੰ ਤੁਸੀਂ ਪ੍ਰਸ਼ਾਦਾ ਛਕਾਓਗੇ ਨਾ, ਸੌਰੀ, ਇੱਥੇ ਪ੍ਰਸ਼ਾਦਾ ਮਰਿਆਂ ਬੰਦਿਆਂ ਵਾਸਤੇ ਛਕਾਓਗੇ ਤੇ ਤੁਹਾਡੇ ਪਿਤਰਾਂ ਨੂੰ ਮਿਲ ਜਾਏਗਾ। ਇਹ ਲਿਖਿਆ ਮਿਲਦਾ ਹੈ ਨਾ। ਤਾਂ ਉਹ ਹੱਥ ਸ਼ੋਭਨੀਕ ਨਹੀਂ ਜਿਨ੍ਹਾਂ ਹੱਥਾਂ ਨੇ ਇਹ ਚੀਜ਼ਾਂ ਲਿਖ ਦਿੱਤੀਆਂ। ਉਹ ਹੱਥ ਸ਼ੋਭਨੀਕ ਨਹੀਂ ਜਿਨ੍ਹਾਂ ਨੇ ਐਸੇ ਕਰਮ ਕਾਂਡ ਫੈਲਾ ਦਿੱਤੇ ਕਿ ਤੀਰਥਾਂ ਤੇ ਨਹਾਉਣ ਦੇ ਨਾਲ ਹੀ ਤੁਹਾਡੇ ਪਾਪ ਉਤਰ ਜਾਣਗੇ। ਜਾਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਵਿੱਚ ਫਸਣ ਵਾਲਾ ਲਿਟਰੇਚਰ ਲਿਖ ਦਿੱਤਾ, ਜਾਂ 2 ਨੰਬਰ ਦੇ ਧੰਦੇ ਕਰਨ ਵਾਸਤੇ ਕੁਝ ਲਿਖ ਦਿੱਤਾ। ਕਿੰਨਾ ਸਾਰਾ ਲਿਟਰੇਚਰ ਐਸਾ ਮਿਲਦਾ ਹੈ ਜੋ ਮਨੁੱਖ ਨੂੰ ਮਨੁੱਖਤਾ ਤੋਂ ਦੂਰ ਲੈ ਜਾਂਦਾ ਹੈ, ਜੋ ਇਨਸਾਨ ਨੂੰ ਇਨਸਾਨੀਅਤ ਤੋਂ ਦੂਰ ਲੈ ਜਾਂਦਾ ਹੈ। ਇਸ ਲਈ ਜੇ ਲਿਖਣਾ ਹੈ ਤੇ ਪੋਜ਼ਿਟਿਵ ਲਿਖੋ। ਤਾਂ ਉਹ ਹੱਥ ਪਵਿੱਤਰ ਨੇ ਜਿਹੜੇ ਪ੍ਰਭੂ ਦੀ ਸਿਫਤ ਸਲਾਹ ਲਿਖਦੇ ਨੇ। ਉਹ ਮੱਥਾ ਸ਼ੋਭਨੀਕ ਹੈ ਜੋ ਰੱਬ ਦੇ ਚਰਨਾਂ ਵਿੱਚ ਝੁਕਦਾ ਹੈ, ਸ਼ੁਭ ਗੁਣਾ ਅੱਗੇ ਝੁਕਦਾ ਹੈ। ਚਰਨ ਪੁਨੀਤ ਪਵਿੱਤਰ ਚਾਲਹਿ ਪ੍ਰਭ ਪਥਾ। ਪਥਾ ਦਾ ਮਤਲਬ ਰਾਸਤਾ, ਪਥ। ਉਹ ਪੈਰ ਪਵਿੱਤਰ ਨੇ ਜੋ ਰੱਬੀ ਰਾਹਾਂ ਤੇ ਤੁਰਦੇ ਨੇ। ਹੁਣ ਦੇਖੋ, ਪੈਰਾਂ ਨੇ ਤੁਰਨਾ ਹੈ, ਚਾਹੇ ਇਹਨਾਂ ਪੈਰਾਂ ਨੂੰ ਅਪਵਿੱਤਰ ਬਣਾ ਲਓ, ਚਾਹੇ ਇਹਨਾਂ ਨੂੰ ਪਵਿੱਤਰ ਬਣਾ ਲਓ। ਕਿਤੇ ਮੜੀਆਂ ਕਬਰਾਂ ਵੱਲ ਚਲੇ ਜਾਓ ਤੇ ਪੈਰ ਅਪਵਿੱਤਰ ਹੋ ਗਏ, ਤੁਹਾਨੂੰ ਕਿੱਧਰ ਲੈ ਗਏ? ਇਹਨਾਂ ਪੈਰਾਂ ਨਾਲ ਚੱਲ ਕੇ ਗੁਰੂ ਘਰ ਚਲੇ ਜਾਓ, ਤੁਹਾਡੇ ਪੈਰ ਪਵਿੱਤਰ ਹੋ ਗਏ। ਇਹਨਾਂ ਹੀ ਪੈਰਾਂ ਦੇ ਨਾਲ ਚੱਲ ਕੇ ਜੇ ਕੋਈ ਵਿਚਾਰ ਦੇ ਅੱਡਿਆਂ ਵੱਲ ਜਾਂ 2 ਨੰਬਰ ਦੇ ਧੰਦੇ ਕਰਨ ਵੱਲ ਜਾ ਰਿਹਾ ਹੈ ਤਾਂ ਉਹ ਪੈਰ ਚੰਗੇ ਨਹੀਂ।
ਲੇਕਿਨ ਜੇ ਕੋਈ ਪਰ ਉਪਕਾਰ ਕਰਨ ਵਾਸਤੇ ਜਾ ਰਿਹਾ ਹੈ, ਜੇ ਕੋਈ ਆਪਣੀ ਚੰਗੀ ਸ਼ੁਭ ਕਿਰਤ ਕਰਨ ਲਈ ਜਾ ਰਿਹਾ ਹੈ, ਕਿਸੇ ਦੀ ਹੈਲਪ ਕਰਨ ਲਈ ਜਾ ਰਿਹਾ ਹੈ, ਆਪਣੇ ਫਰਜ਼ ਨਿਭਾਉਣ ਲਈ ਜਾ ਰਿਹਾ ਹੈ, ਤਾਂ ਉਹ ਪੈਰ ਪਵਿੱਤਰ ਨੇ ਜੋ ਰੱਬੀ ਰਾਹਾਂ ਤੇ ਤੁਰਦੇ ਨੇ, ਜੋ ਰੱਬੀ ਹੁਕਮ ਦੇ ਅੰਦਰ ਤੁਰਦੇ ਨੇ। ਸੰਤਾਂ ਸੰਗ ਉਧਾਰ ਸਗਲਾ ਦੁੱਖ ਲੱਥਾ। ਸੰਤਾਂ ਸੰਗ ਦਾ ਮਤਲਬ ਜੋ ਸਚਿਆਰ ਲੋਕ ਨੇ ਉਹਨਾਂ ਦੀ ਸੰਗਤ ਵਿੱਚ, ਸਤ ਸੰਗਤ ਵਿੱਚ ਦੁੱਖਾਂ ਔਰ ਵਿਕਾਰਾਂ ਤੋਂ ਬਚਾਅ ਹੋ ਜਾਂਦਾ ਹੈ। ਸੰਤਾਂ ਸੰਗ ਉਧਾਰ, ਉਧਾਰ ਦਾ ਮਤਲਬ ਬਚਾਅ ਹੋ ਜਾਂਦਾ ਹੈ। ਜੇ ਤੁਸੀਂ ਗੁਰੂ ਪਿਆਰਿਆਂ ਦੀ ਸੰਗਤ ਕਰੋਗੇ, ਸਚਿਆਰ ਇਨਸਾਨਾਂ ਦੀ ਸੰਗਤ ਵਿੱਚ ਬਹੋਗੇ, ਤਾਂ ਤੁਹਾਡਾ ਉਧਾਰ ਹੋ ਜਾਏਗਾ। ਕਿਉਂਕਿ ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਤੇ ਸੰਗਤ ਕਰਨ ਦਾ ਮਤਲਬ ਹੀ ਹੈ ਕਿ ਉਹਨਾਂ ਰਾਹਾਂ ਦੇ ਉੱਤੇ ਤੁਰਨਾ ਜਿਹੜੇ ਸਚਿਆਰ ਨੇ। ਜੇ ਸਚਿਆਰ ਲੋਕਾਂ ਦੇ ਕੋਲ ਸਾਡਾ ਬਹਿਣਾ ਉੱਠਣਾ ਹੋਵੇ, ਉਹਨਾਂ ਦੇ ਨਾਲ ਬੋਲ ਚਾਲ ਹੋਵੇ, ਉਹਨਾਂ ਦੇ ਨਾਲ ਅਸੀਂ ਮਿਲ ਕੇ ਚੱਲੀਏ, ਤਾਂ ਸਾਡਾ ਵੀ ਉਧਾਰ ਹੋ ਜਾਏਗਾ, ਵਿਕਾਰਾਂ ਤੋਂ ਬਚ ਜਾਵਾਂਗੇ। ਇਸ ਲਈ ਜੇ ਕਿਸੇ ਇਨਸਾਨ ਦੀ ਜ਼ਿੰਦਗੀ ਵਿੱਚ ਕੋਈ ਕਮੀ ਹੈ, ਕੋਈ ਦੋਸ਼ ਨੇ, ਉਹ ਚਿੰਤਾ ਫਿਕਰ ਦੇ ਅੰਦਰ ਗ੍ਰਸਿਆ ਹੈ, ਜੇ ਉਹ ਇਹਨਾਂ ਵਿਕਾਰਾਂ ਤੋਂ, ਚਿੰਤਾਵਾਂ ਤੋਂ ਬਚਣਾ ਚਾਹੁੰਦਾ ਹੈ, ਤਾਂ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਆਪਣੀ ਸੰਗਤ ਬਦਲੇ। ਜੋ ਨੈਗੇਟਿਵ ਲੋਕਾਂ ਦੀ ਸੰਗਤ ਕਰਦਾ ਹੈ, ਨਕਾਰਾਤਮਕ ਲੋਕਾਂ ਦੀ ਸੰਗਤ ਛੱਡੇ। ਜੋ ਪੋਜ਼ਿਟਿਵ ਸੋਚਣ ਵਾਲੇ ਨੇ, ਸਕਾਰਾਤਮਕ ਸੋਚਣ ਵਾਲੇ ਨੇ, ਗੁਣਾਂ ਬਾਰੇ ਸੋਚਦੇ ਨੇ, ਰੱਬੀ ਰਜ਼ਾ ਬਾਰੇ ਸੋਚਦੇ ਔਰ ਤੁਰਦੇ ਨੇ, ਉਹਨਾਂ ਲੋਕਾਂ ਦੀ ਸੰਗਤ ਕਰੇ, ਤਾਂ ਉਹ ਬੰਦਾ ਵੀ ਵਿਕਾਰਾਂ ਤੋਂ ਬਚ ਜਾਏਗਾ। ਤੇ ਐਸੇ ਪੁਰਸ਼ਾਂ ਦੀ ਸੰਗਤ ਕਰਕੇ ਜੀਵਨ ਜੀਵਿਆਂ ਸਗਲਾ ਦੁੱਖ ਲੱਥਾ, ਸਾਰਾ ਦੁੱਖ ਵੀ ਦੂਰ ਹੋ ਜਾਂਦਾ ਹੈ। ਹੁਣ ਦੁੱਖ ਆਟੋਮੈਟਿਕਲੀ ਦੂਰ ਹੋ ਜਾਏਗਾ। ਜਿਹੜਾ ਦੁੱਖ ਝੂਠ ਕਰਕੇ ਸੀ, ਜੈਲਸੀ ਕਰਕੇ ਸੀ, ਅਹੰਕਾਰ ਕਰਕੇ ਸੀ, ਜਦੋਂ ਝੂਠ, ਜੈਲਸੀ, ਅਹੰਕਾਰ, ਇਹ ਸਾਰੇ ਵਿਕਾਰ ਸੋਚ ਦੇ ਵਿੱਚੋਂ ਨਿਕਲ ਗਏ, ਦੁੱਖ ਵੀ ਨਾਲ ਚਲੇ ਜਾਣਗੇ। ਜਿੱਥੇ ਸਚਾਈ, ਦਇਆ, ਧਰਮ ਆ ਜਾਏਗਾ, ਉੱਥੇ ਸੁੱਖ ਵੀ ਆਟੋਮੈਟਿਕਲੀ ਆ ਜਾਣਗੇ। ਸ਼ਲੋਕ। ਭਾਵੀ ਉਦੋਤ ਕਰਣੰ ਹਰ ਰਮਣੰ ਸੰਜੋਗ ਪੂਰਨਹਿ। ਭਾਵੀ, ਭਾਵੀ ਦਾ ਮਤਲਬ ਰੱਬ ਦੀ ਰਜ਼ਾ। ਵੈਸੇ ਆਮ ਜਿਹੜਾ ਨਾ ਭਾਵੀ ਸ਼ਬਦ ਵਰਤਿਆ ਜਾਂਦਾ ਹੈ ਕਿ ਜੋ ਕੁਝ ਹੋ ਕੇ ਰਹਿਣਾ ਹੈ। ਭਾਵੀ ਉਹ ਕਹਿੰਦੇ ਨੇ ਕਿ ਇਹਨੇ ਹੋਣਾ ਹੀ ਸੀ। ਤਾਂ ਇੱਥੇ ਭਾਵੀ ਦਾ ਮਤਲਬ ਹੈ ਰੱਬ ਦੀ ਰਜ਼ਾ ਦਾ ਪ੍ਰਕਾਸ਼। ਭਾਵੀ ਉਦੋਤ ਕਰਣੰ, ਕਰਣੰ ਦਾ ਮਤਲਬ ਕਰਦੇ ਨੇ। ਸੰਜੋਗ ਪੂਰਨ ਦਾ ਮਤਲਬ ਪੂਰੇ ਸੰਜੋਗਾਂ ਦੇ ਨਾਲ। ਉਦੋਤ ਕਰਨੰ ਦਾ ਮਤਲਬ ਹੈ ਮੱਥੇ ਤੇ ਲਿਖੇ ਲੇਖਾਂ ਦਾ ਉਗੜਨਾ। ਉਦੋਤ ਕਰਨੰ, ਮਸਤਕ ਤੇ ਲਿਖੇ ਲੇਖਾਂ ਦਾ ਉਗੜਨਾ। ਹੁਣ ਮਸਤਕ ਤੇ ਲਿਖੇ ਲੇਖ ਕਿਹੜੇ ਨੇ? ਇਹਦਾ ਮਤਲਬ ਇਹ ਨਹੀਂ ਕਿ ਰੱਬ ਨੇ ਸਾਡੀ ਕਿਸਮਤ ਲਿਖ ਕੇ ਭੇਜੀ ਹੈ ਉਹ ਕੋਈ ਲੇਖ। ਜਿਹੜੇ ਲੇਖ ਅਸੀਂ ਆਪ ਲਿਖੇ ਹੋਏ ਨੇ, ਜੋ ਅਸੀਂ ਰੋਜ਼ ਲਿਖ ਰਹੇ ਹਾਂ, ਜੋ ਅਸੀਂ ਸੋਚਦੇ ਹਾਂ, ਬੋਲਦੇ ਹਾਂ, ਜੋ ਸਾਡੇ ਅੰਦਰ ਸੰਸਕਾਰ ਨੇ, ਜੋ ਅੰਦਰ ਬੀਜ ਬੀਜੇ ਗਏ ਨੇ, ਉਹਨਾਂ ਨੇ ਉਗੜਨਾ ਹੁੰਦਾ ਹੈ। ਉਹ ਅਕਸਰ ਪ੍ਰਗਟ ਹੁੰਦੇ ਨੇ। ਮੈਂ ਇੱਕ ਦਿਨ ਬੇਨਤੀ ਕੀਤੀ ਸੀ ਨਾ ਕਿ ਬੋੜ ਦਾ ਬੀਜ ਨਿੱਕਾ ਜਿਹਾ ਹੁੰਦਾ ਹੈ। ਉਸ ਬੀਜ ਨੂੰ ਜੇ ਵੇਖੀਏ ਤੇ ਕਦੇ ਅੰਦਾਜ਼ਾ ਨਹੀਂ ਲਾ ਸਕੀਦਾ ਵੀ ਏਡਾ ਵੱਡਾ ਬੋੜ ਬਣ ਜਾਏਗਾ। ਪਰ ਜਦੋਂ ਨਿੱਕਾ ਜਿਹਾ ਬੀਜ ਬੀਜਿਆ ਜਾਂਦਾ ਨਾ, ਉਹ ਬੀਜ ਉਗਦਾ ਹੈ, ਉਹ ਹੌਲੇ ਹੌਲੇ ਵੱਧਦਾ ਹੈ, ਫਿਰ ਆਪਣੀਆਂ ਧਰਤੀ ਵਿੱਚ ਜੜ੍ਹਾਂ ਫੈਲਾ ਲੈਂਦਾ ਹੈ, ਵੱਡਾ ਮੋਟਾ ਉਹਦਾ ਤਣਾ ਬਣ ਜਾਂਦਾ ਹੈ, ਔਰ ਅੱਧੇ ਅੱਧੇ ਕਿੱਲੇ ਦੇ ਵਿੱਚ ਖਿਲਰੇ ਹੋਏ ਬੋੜ ਆਪ ਨੂੰ ਦਿਸ ਜਾਂਦੇ ਨੇ। ਏਡਾ ਵੱਡਾ ਬੋੜ, ਇੰਨੇ ਵੱਡੇ ਉਹਦੇ ਟਹਿਣੇ, ਟਹਿਣੀਆਂ, ਪੱਤੇ, ਤੇ ਫਿਰ ਅੱਗੋਂ ਹਜ਼ਾਰਾਂ ਨਹੀਂ ਲੱਖਾਂ ਉਹ ਬੋੜ ਪੈਦਾ ਕਰ ਸਕਦਾ ਹੈ, ਇੰਨੇ ਬੀਜ ਅੱਗੋਂ ਪੈਦਾ ਕਰ ਦੇਵੇ। ਲੇਕਿਨ ਬੀਜ ਬੀਜਿਆ ਛੋਟਾ ਜਿਹਾ, ਤੇ ਉਹ ਬੀਜ ਦੇ ਸਾਰ ਨਹੀਂ ਬਣ ਗਿਆ। ਉਸ ਬੋੜ ਨੂੰ ਬਣਨ 'ਚ 15, 20, 50 ਸਾਲ ਲੱਗੇ ਨੇ ਏਡਾ ਵੱਡਾ ਹੋਣ ਵਿੱਚ। ਜੇ ਅੰਬ ਦੀ ਗਿਟਕ ਅੱਜ ਬੀਜੋਗੇ ਨਾ, ਉਹਨੂੰ ਕੱਲ ਨੂੰ ਅੰਬ ਨਹੀਂ ਲੱਗਣੇ, ਉਹਨੇ ਧਰਤੀ ਵਿੱਚ ਪੈ ਰਹਿਣਾ ਹੈ, ਉਹਨੇ ਉਗਣਾ ਹੈ। 5-6 ਸਾਲ ਬਾਅਦ ਉਹਨੂੰ ਫਲ ਲੱਗਣਗੇ। ਤੇ ਜੇ ਕੋਈ ਕਹੇ ਵੀ ਅੱਜ ਹੀ ਅੰਬ ਲੱਗੇ ਨਾ, ਐਵੇਂ ਨਹੀਂ ਹੁੰਦਾ। ਬੀਜ ਪਹਿਲਾਂ ਬੀਜਿਆ ਗਿਆ ਹੁੰਦਾ ਹੈ। ਇਸੇ ਤਰ੍ਹਾਂ ਸਾਡੇ ਅੰਤਸ਼ਕਰਨ ਦੇ ਅੰਦਰ ਜਦੋਂ ਅਸੀਂ ਕੋਈ ਬੀਜ ਬੀਜਦੇ ਹਾਂ,
ਤਾਂ ਉਦੋਂ ਸਾਨੂੰ ਪਤਾ ਵੀ ਨਹੀਂ ਲੱਗਦਾ ਵੀ ਇਹ ਬੀਜ ਦਾ ਫਲ ਕਿੰਨਾ ਦੁਖਦਾਈ ਹੋਏਗਾ। ਮੰਨ ਲਓ ਅਸੀਂ ਕਿਸੇ ਵਾਸਤੇ ਸੋਚ ਲਿਆ ਕਿ ਫਲਾਂ ਬੰਦਾ ਬੜਾ ਨਕਾਰਾ ਹੈ, ਇਹਦੇ ਨਾਲ ਮਿਲਵਰਤਨ ਠੀਕ ਨਹੀਂ ਹੈ, ਤੁਸੀਂ ਇਹ ਗੱਲ ਕਹਿ ਕੇ ਸੋਚ ਕੇ ਛੱਡ ਦਿੱਤੀ, ਉਸ ਤੋਂ ਬਾਅਦ ਕਦੇ ਇਹ ਗੱਲ ਦੁਹਰਾਈ ਵੀ ਨਹੀਂ, ਲੇਕਿਨ ਅੰਦਰ ਸੰਸਕਾਰ ਬੀਜ ਬੀਜਿਆ ਗਿਆ ਹੈ। ਜਦੋਂ ਤੁਸੀਂ ਉਸ ਬੰਦੇ ਨੂੰ ਵੇਖਦੇ ਹੋ ਤਾਂ ਉਹ ਜਿਹੜਾ ਨਾ ਤੁਹਾਡਾ ਮਿਲਵਰਤਨ ਉਹ ਤੋਂ ਦੂਰ ਹੋਈ ਜਾਂਦਾ ਹੈ, ਹੌਲੇ ਹੌਲੇ ਉਹ ਨਫ਼ਰਤ ਦਾ ਬੀਜ ਵੱਡਾ ਹੋਈ ਜਾਂਦਾ ਹੈ, ਤੇ ਉਦੋਂ ਪਤਾ ਲੱਗਦਾ ਜਦੋਂ ਤੁਹਾਡਾ ਉਹਦੇ ਨਾਲ ਉਹ ਮਿਲਵਰਤਨ ਵੀ ਟੁੱਟ ਜਾਂਦਾ ਹੈ। ਤੇ ਫਿਰ ਅਸੀਂ ਕਹਿੰਦੇ ਅਸੀਂ ਤੇ ਕੁਝ ਕੀਤਾ ਹੀ ਨਹੀਂ, ਪਤਾ ਨਹੀਂ ਕੀ ਹੋ ਗਿਆ, ਕੀ ਨਹੀਂ ਇਹ ਬੀਜ ਬੀਜਿਆ ਹੈ ਅੰਦਰ, ਉਹ ਫੁੱਟਿਆ ਹੈ, ਕਿਤੇ ਝੂਠ ਬੋਲਣ ਦਾ ਵਿਚਾਰ ਅੰਦਰ ਬੀਜਿਆ ਗਿਆ ਸੀ, ਉਹ ਫੁੱਟਿਆ ਹੈ। ਕਿਵੇਂ ਬੀਜੇ ਜਾਂਦੇ ਨੇ ਬੀਜ? ਝੂਠ ਲੋਕ ਕਿਉਂ ਬੋਲਣ ਲੱਗ ਗਏ? ਕੋਈ ਆਣ ਕੇ ਸਾਡਾ ਕੁੰਡਾ ਖੜਕਾਉਂਦਾ ਹੈ, ਮਾਂ ਜਾਂ ਪਿਓ ਕਹਿ ਦਿੰਦੀ ਹੈ ਬੱਚੇ ਨੂੰ, ਜਾਂ ਬੇਟਾ ਕਹਿ ਦੇ ਉਹ ਮੇਰੀ ਮੰਮੀ ਜਾਂ ਪਾਪਾ ਘਰ ਨਹੀਂ, ਬੱਚਾ ਜਾ ਕੇ ਕਹਿ ਦਿੰਦਾ ਕਿ ਮੰਮੀ ਪਾਪਾ ਘਰ ਨਹੀਂ। ਹੁਣ ਤੁਸੀਂ ਇੱਕ ਬੱਚੇ ਦੇ ਅੰਦਰ ਬੀਜ ਬੀਜ ਦਿੱਤਾ, ਤੁਹਾਨੂੰ ਪਤਾ ਵੀ ਨਹੀਂ ਕਿ ਬੱਚਾ ਅੱਗੇ ਜਾ ਕੇ ਕੀ ਕਰੇਗਾ। ਬੱਚਾ ਮਹਾ ਝੂਠਾ ਹੋ ਗਿਆ, ਉਹ ਤੁਹਾਡੇ ਨਾਲ ਵੀ ਝੂਠ ਬੋਲਦਾ ਹੈ। ਜਾਂਦਾ ਫਿਲਮ ਦੇਖਣ ਆਣ ਕੇ ਕਹਿੰਦਾ ਮੈਂ ਗਿਆ ਸਾਂ ਸਕੂਲ, ਜਾਂਦਾ ਕਿਤੇ ਯਾਰਾਂ ਦੋਸਤਾਂ ਦੇ ਨਾਲ ਕਹਿੰਦਾ ਮੈਂ ਗਿਆ ਸਾਂ ਗੁਰਦੁਆਰੇ, ਤੇ ਫਿਰ ਅਸੀਂ ਕਲਪਦੇ ਹਾਂ ਵੀ ਸਾਡਾ ਬੱਚਾ ਝੂਠਾ ਹੋ ਗਿਆ। ਉਹ ਫਲ ਕਿਹਦਾ ਮਿਲਿਆ? ਜਿਹੜਾ ਉਹ ਬੀਜ ਬੀਜਿਆ ਸੀ ਕਿ ਮਾਂ-ਬਾਪ ਨੇ ਵੀ ਜਾ ਬੇਟਾ ਕਹਿ ਦੇ ਕਿ ਮੰਮੀ ਪਾਪਾ ਘਰ ਨਹੀਂ, ਉਹਦੇ ਅੰਦਰ ਇਹ ਭਾਵਨਾ ਪੈਦਾ ਹੋ ਗਈ ਕਿ ਝੂਠ ਬੋਲ ਕੇ ਵੀ ਕੰਮ ਚੱਲ ਸਕਦਾ ਹੈ। ਉਸ ਬੀਜ ਦਾ ਫਲ ਮਿਲਿਆ ਕਿ ਹੁਣ ਤੁਹਾਡੇ ਸਾਹਮਣੇ ਵੀ ਝੂਠ ਬੋਲਦਾ ਹੈ। ਇਹਨੂੰ ਕਹਿੰਦੇ ਨੇ ਭਾਵੀ ਉਦੋਤ ਕਰਨਨ, ਇਹਨੂੰ ਕਹਿੰਦੇ ਨੇ ਮੱਥੇ ਦੇ ਲੇਖ, ਬੀਜੇ ਹੋਏ ਬੀਜ ਜਿਹੜੇ ਅਸੀਂ ਆਪ ਆਪਣੇ ਅੰਦਰ ਪਾਏ ਹੁੰਦੇ ਨੇ, ਉਹ ਪੈਦਾ ਹੁੰਦੇ ਨੇ, ਉਗੜਦੇ ਨੇ। ਤਾਂ ਗੁਰੂ ਜੀ ਕਹਿੰਦੇ ਨੇ ਜਦੋਂ ਉਹ ਬੀਜੇ ਹੋਏ ਬੀਜ ਉਗੜਦੇ ਨੇ, ਸੰਜੋਗ ਬਣਦੇ ਨੇ, ਤਾਂ ਫਿਰ ਪ੍ਰਭੂ ਨੂੰ ਯਾਦ ਕਰੀਦਾ ਹੈ। ਹਰ ਰਮਣਨ ਸੰਜੋਗ ਪੂਰਨ ਹੈ, ਪੂਰਨ ਫਿਰ ਸੰਜੋਗ ਬਣ ਜਾਂਦੇ ਨੇ, ਫਿਰ ਪ੍ਰਭੂ ਨੂੰ ਯਾਦ ਕਰੀਦਾ ਹੈ। ਹੁਣ ਸੰਜੋਗ ਬਣਦੇ ਗਏ ਨਾ ਅੱਗੇ ਝੂਠ ਬੋਲਣ ਦੇ, ਫਰੇਬ ਕਰਨ ਦੇ। ਐਵੇਂ ਜੇ ਕੋਈ ਅੰਦਰ ਬੀਜ ਬੀਜਿਆ ਹੋਵੇ ਨਾ ਕਿ ਰੱਬ ਦਾ ਚਿੰਤਨ ਚੰਗਾ ਹੈ, ਬਾਣੀ ਪੜ੍ਹਨੀ ਚਾਹੀਦੀ ਹੈ, ਬਾਣੀ ਪੜ੍ਹਨ ਦਾ ਲਾਭ ਹੈ, ਸੱਚ ਬੋਲਣ ਦਾ ਲਾਭ ਹੈ, ਦਇਆ ਦਾ ਲਾਭ ਹੈ, ਜੇ ਕਿਤੇ ਨਿੱਕਾ ਜਿਹਾ ਵੀ ਬੀਜ ਬੀਜਿਆ ਨਾ ਅੰਦਰ, ਇਸ ਬੀਜ ਨੇ ਪ੍ਰਫੁੱਲਤ ਹੋ ਹੀ ਜਾਣਾ ਹੈ, ਫਿਰ ਇਹ ਰੁੱਖ ਬਣ ਜਾਏਗਾ ਔਰ ਫਿਰ ਤੁਸੀਂ ਰੱਬੀ ਗੁਣਾਂ ਦੇ ਧਾਰਨੀ ਹੋ ਜਾਓਗੇ। ਇਸ ਲਈ ਸਾਨੂੰ ਸੰਦੇਸ਼ ਦਿੱਤਾ ਜਾ ਰਿਹਾ ਹੈ ਕਿ ਚੰਗੇ ਬੀਜ ਬੀਜੋ, ਮਾੜੇ ਨਹੀਂ, ਕਿਉਂਕਿ ਬੀਜ ਨੇ ਰੁੱਖ ਬਣ ਜਾਣਾ ਹੈ, ਫਲ ਤੁਹਾਨੂੰ ਵੱਢਣਾ ਪੈਣਾ। ਤਾਂ ਜਦੋਂ ਪੂਰਨ ਸੰਜੋਗਾਂ ਨਾਲ ਅੰਦਰ ਪੈਦਾ ਕੀਤੇ ਸੰਸਕਾਰ ਉਗੜਦੇ ਨੇ, ਤਾਂ ਫਿਰ ਮਨੁੱਖ ਪ੍ਰਭੂ ਦੀ ਯਾਦ ਦੇ ਅੰਦਰ ਜੁੜਦਾ ਹੈ, ਪ੍ਰਭੂ ਦੇ ਗੁਣਾਂ ਨੂੰ ਉਗਾਉਂਦਾ ਹੈ। ਗੋਪਾਲ ਦਰਸ਼ ਭੇਟੰ ਸਫਲ ਨਾਨਕ ਸੋ ਮਹੂਰਤ ਹੈ। ਇੱਥੇ ਮਹੂਰਤੇ ਦਾ ਮਤਲਬ ਹੈ ਮਹੂਰਤ, ਤੇ ਮਹੂਰਤ ਕਹਿੰਦੇ ਨੇ ਘੜੀ ਜਾਂ ਸਮਾਂ। ਮਹੂਰਤ ਦਾ ਮਤਲਬ ਘੜੀ ਜਾਂ ਸਮਾਂ। ਗੋਪਾਲ ਦਰਸ਼ ਭੇਟੰ ਦਾ ਮਤਲਬ ਜਗਤ ਦੇ ਪ੍ਰਭੂ ਦਾ ਦੀਦਾਰ ਹੋਣਾ। ਸਫਲ ਦਾ ਮਤਲਬ ਸਫਲ, ਬਰਕਤ ਵਾਲਾ, ਫਲਦਾਇਕ। ਉਹ ਘੜੀ ਬਰਕਤ ਵਾਲੀ ਹੁੰਦੀ ਹੈ ਜਦੋਂ ਹਰੀ ਦਾ ਦੀਦਾਰ ਹੁੰਦਾ ਹੈ। ਜੇ ਅੰਦਰ ਸ਼ੁਭ ਬੀਜ ਬੀਜੋਗੇ, ਸ਼ੁਭ ਵਿਚਾਰ ਬੀਜੋਗੇ, ਸੰਸਕਾਰ ਪੈਦਾ ਕਰੋਗੇ, ਉਹ ਸੰਸਕਾਰ ਵੱਡੇ ਹੋ ਕੇ ਬੀਜ ਬਣਨਗੇ, ਰੱਬੀ ਗੁਣਾਂ ਦੇ ਨਾਲ ਜੁੜੋਗੇ, ਚਾਰ ਚੁਫੇਰੇ ਪ੍ਰਭੂ ਵਸਦਾ ਹੋਇਆ ਨਜ਼ਰੀ ਪਵੇਗਾ। ਤਾਂ ਗੁਰੂ ਜੀ ਕਹਿੰਦੇ ਨੇ ਉਹ ਘੜੀ ਬਰਕਤ ਵਾਲੀ ਹੈ, ਸਫਲ ਹੈ, ਚੰਗੀ ਹੈ, ਜਦੋਂ ਅਸੀਂ ਰੱਬ ਦਾ ਦੀਦਾਰ ਕਰਦੇ ਹਾਂ। ਤੇ ਇਹ ਹਰ ਘੜੀ ਸਫਲ ਹੋ ਸਕਦੀ ਹੈ, ਹਰ ਸਮਾਂ ਸਫਲ ਹੋ ਸਕਦਾ ਹੈ। ਹੁਣ ਦੇਖੋ, ਅਸੀਂ ਆਪਣੀਆਂ ਅੱਖਾਂ ਦੇ ਨਾਲ ਇਸ ਸੰਸਾਰ ਵੇਖ ਰਹੇ ਹਾਂ, ਤੁਹਾਡੀ ਮਰਜ਼ੀ ਹੈ। ਇਸ ਸੰਸਾਰ ਨੂੰ ਦੁੱਖਾਂ ਦਾ ਘਰ ਸਮਝ ਕੇ ਵੇਖੋ, ਤੁਹਾਡੀ ਮਰਜ਼ੀ ਹੈ ਇਸ ਸੰਸਾਰ ਨੂੰ ਵੈਰੀ ਦੁਸ਼ਮਣ ਦੇਖੋ, ਔਰ ਤੁਹਾਡੀ ਮਰਜ਼ੀ ਹੈ ਇਸ ਸੰਸਾਰ ਨੂੰ ਰੱਬ ਦਾ ਰੂਪ ਕਰਕੇ ਦੇਖੋ। ਤੁਹਾਡੀ ਮਰਜ਼ੀ ਹੈ ਇਨਸਾਨਾਂ ਨੂੰ ਆਪਣੇ ਦੁਸ਼ਮਣ ਦੇਖੋ, ਔਰ ਤੁਹਾਡੀ ਮਰਜ਼ੀ ਹੈ ਇਨਸਾਨਾਂ ਨੂੰ ਰੱਬ ਦਾ ਰੂਪ ਕਰਕੇ ਜਾਣੋ। ਤਾਂ ਗੁਰੂ ਜੀ ਕਹਿੰਦੇ ਨੇ ਉਹ ਸਮਾਂ ਸਫਲਾ ਹੁੰਦਾ ਹੈ ਜਦੋਂ ਬੰਦਾ ਇਸ ਕੁਦਰਤ ਦੇ ਅੰਦਰ ਕਰਤੇ ਨੂੰ ਤੱਕਦਾ ਹੈ,
ਜਦੋਂ ਆਪਣੇ ਅੰਦਰੋਂ ਸ਼ੁਭ ਗੁਣਾਂ ਨੂੰ ਤੱਕਦਾ ਹੈ, ਦੂਜਿਆਂ ਨੂੰ ਰੱਬ ਦਾ ਰੂਪ ਕਰਕੇ ਵੇਖ ਕੇ ਵਿਵਹਾਰ ਕਰਦਾ ਹੈ, ਉਹ ਸਮਾਂ ਸਫਲਾ ਹੈ। ਤੇ ਜੇ ਹਰ ਇਨਸਾਨ ਐਵੇਂ ਸੋਚੇ, ਹਰ ਇਨਸਾਨ ਦੂਜੇ ਨਾਲ ਰੱਬ ਵਰਗਾ ਪਿਆਰ ਸਤਿਕਾਰ ਕਰੇ, ਹੁਣੇ ਕਰਨਾ ਸ਼ੁਰੂ ਕਰ ਦਿਓ, ਹੁਣੇ ਸਮਾਂ ਸਫਲਾ ਹੋ ਜਾਏ। ਤੇ ਜੇ ਹੁਣ ਸੋਚ ਮਾੜੀ ਰੱਖੋਗੇ ਤੇ ਸਮਾਂ ਮਾੜਾ ਰਹੇਗਾ। ਇਸ ਲਈ ਗੁਰੂ ਜੀ ਕਹਿੰਦੇ ਨੇ ਉਹ ਸਮਾਂ ਸਫਲਾ ਹੈ ਜਦੋਂ ਬੰਦਾ ਇਹਨਾਂ ਨੇਤਰਾਂ ਦੇ ਨਾਲ ਇਸ ਜਗਤ ਦੇ ਅੰਦਰ ਰੱਬੀ ਦੀਦਾਰ ਕਰਦਾ ਹੈ, ਰੱਬੀ ਗੁਣਾਂ ਦੇ ਨਾਲ ਜੁੜਦਾ ਹੈ। ਈਮ ਨਾ ਸਕਾਂ ਪਾਏ ਸੁਖ ਮਿਤੀ ਹੂੰ ਬਾਹਰੇ। ਇਹਨੂੰ ਸਕਾ ਨਹੀਂ ਪੜਨਾ, ਸਕਾਂ ਬਿੰਦੀ ਲਗਾ ਕੇ। ਕੀਮ ਦਾ ਮਤਲਬ ਕੀਮਤ, ਮਿਤੀ ਦਾ ਮਤਲਬ ਮਿਤ, ਅੰਦਾਜ਼ਾ, ਲੇਖਾ ਜੋਖਾ, ਮਿਣਤੀ। ਮਿਤੀ ਹੂੰ ਬਾਹਰੇ ਦਾ ਮਤਲਬ ਮਿਣਤੀ ਤੋਂ ਪਰੇ, ਅਮਿਣਵੇਂ, ਅਣਗਿਣਤ। ਕੀਮ ਨਾ ਸਕਾਂ ਪਾਏ ਸੁਖ ਮਿਤੀ ਹੂੰ ਬਾਹਰੇ। ਜਦੋਂ ਬੰਦਾ ਰੱਬੀ ਗੁਣਾਂ ਨਾਲ ਜੁੜਦਾ ਹੈ, ਜਦੋਂ ਬੰਦਾ ਇਹਨਾਂ ਨੇਤਰਾਂ ਨਾਲ ਇਸ ਕਿਰਤ ਦੇ ਅੰਦਰ ਕਰਤੇ ਨੂੰ ਤੱਕਦਾ ਹੈ, ਜਦੋਂ ਬੰਦਾ ਰੱਬੀ ਹੁਕਮ ਦੇ ਵਿੱਚ ਤੁਰਦਾ ਹੈ, ਤਾਂ ਪ੍ਰਭੂ ਇੰਨੇ ਕੁ ਸੁਖ ਦੇ ਦਿੰਦਾ ਹੈ ਕਿ ਉਹਨਾਂ ਦਾ ਅੰਦਾਜ਼ਾ ਵੀ ਨਹੀਂ ਲਾਇਆ ਜਾ ਸਕਦਾ। ਅਮਿਣਵੇਂ ਸੁਖ, ਅਣਗਿਣਤ ਸੁਖ, ਜਿਨ੍ਹਾਂ ਦਾ ਮੁੱਲ ਨਹੀਂ ਪੈ ਸਕਦਾ, ਜਿਨ੍ਹਾਂ ਦਾ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ। ਇੰਨੇ ਮਹਾਨ ਸੁਖ, ਆਨੰਦ ਔਰ ਖੇੜਾ ਬੰਦੇ ਨੂੰ ਮਿਲ ਜਾਂਦਾ ਹੈ ਜਦੋਂ ਬੰਦਾ ਰੱਬੀ ਰਜ਼ਾ ਵਿੱਚ ਤੁਰਦਾ ਹੈ, ਮਨ ਬਚਨ ਕਰਮ ਕਰਕੇ। ਜਦੋਂ ਬੰਦਾ ਮਨ ਬਚਨ ਕਰਮ ਕਰਕੇ ਰੱਬੀ ਗੁਣਾਂ ਦਾ ਧਾਰਨੀ ਹੁੰਦਾ ਹੈ, ਉਦੋਂ ਇੰਨੇ ਕੁ ਸੁਖ ਰੱਬ ਦਿੰਦਾ ਹੈ ਜਿਹਦੀ ਮਿਣਤੀ ਗਿਣਤੀ ਹੀ ਨਹੀਂ ਹੈ। ਔਰ ਹਕੀਕਤ ਹੈ, ਇਹ ਯੂਨੀਵਰਸਲ ਟਰੂਥ ਹੈ। ਦੇਖੋ, ਅਸੀਂ ਹੁਣ ਵੀਰ ਭੈਣਾਂ ਬੈਠ ਕੇ ਗੁਰਬਾਣੀ ਦੀ ਵਿਚਾਰ ਕਰ ਰਹੇ ਹਾਂ। ਗੁਰੂ ਪਾਤਸ਼ਾਹ ਜੀ ਦੇ ਇਹ ਬਚਨ ਸੁਣ ਕੇ ਕਿੰਨੀ ਖੁਸ਼ੀ ਹੋ ਰਹੀ ਨਾ ਮਨ ਦੇ ਅੰਦਰ, ਕਿੰਨੀ ਸ਼ਾਂਤੀ ਹੈ। ਔਰ ਇਹ ਪ੍ਰਤੀਤ ਹੋ ਰਿਹਾ ਨਾ ਕਿ ਸਾਰੀ ਜ਼ਿੰਦਗੀ ਬਦਲ ਸਕਦੀ ਹੈ, ਸੰਸਾਰ ਬਦਲ ਸਕਦਾ ਹੈ। ਕਿੰਨਾ ਆਨੰਦ ਬਣਿਆ ਹੋਇਆ ਨਾ ਹੁਣ। ਤੇ ਇਹ ਸਿਰਫ ਹਾਲੀ ਗੱਲਾਂ ਕਰ ਔਰ ਸੁਣ ਰਹੇ ਹਾਂ। ਜੇ ਗੁਰੂ ਦੀਆਂ ਬਾਣੀ ਦੀਆਂ, ਰੱਬ ਦੀਆਂ ਇਹ ਗੱਲਾਂ ਕਰਨ ਔਰ ਸੁਣਨ ਦੇ ਨਾਲ ਇੰਨੀ ਸ਼ਾਂਤੀ ਮਿਲਦੀ ਹੈ, ਤਾਂ ਅੰਦਾਜ਼ਾ ਲਾਓ ਜਿਹੜਾ ਬੰਦਾ ਇਹਨਾਂ ਚੀਜ਼ਾਂ ਨੂੰ ਇੰਪਲੀਮੈਂਟ ਕਰ ਲਏਗਾ, ਉਹਦੀ ਜ਼ਿੰਦਗੀ ਵਿੱਚ ਕਿੰਨਾ ਸੁੱਖ ਆਏਗਾ ਕਿ ਉਹਨੂੰ ਬਿਆਨ ਕਰ ਪਾਵਾਂਗੇ। ਤਾਂ ਇਹ ਦਾਤਾਂ ਮਾਣੀਆਂ ਜਾ ਸਕਦੀਆਂ ਨੇ, ਐਸਾ ਸੁੱਖ ਪਾਇਆ ਜਾ ਸਕਦਾ ਹੈ। ਇਹ ਕੋਈ ਹਵਾਈ ਗੱਲਾਂ ਨਹੀਂ ਹਨ, ਕਿਤਾਬੀ ਗੱਲਾਂ ਨਹੀਂ ਹਨ, ਸਟੇਜੀ ਗੱਲਾਂ ਨਹੀਂ ਹਨ। ਇਹ ਇੱਕ ਹਕੀਕਤ ਹੈ, ਲੇਕਿਨ ਇੰਪਲੀਮੈਂਟ ਤਾਂ ਕਰਨਾ ਹੋਏਗਾ ਨਾ। ਨਾਨਕ ਸਾ ਵੇਲੜੀ ਪਰਵਾਨ ਜਿਤ ਮਿਲੰਦੜੋ ਮਾਂ ਪਿਰੀ। ਇਹਨੂੰ ਮਾਂ ਨਹੀਂ ਪੜਨਾ, ਮਾਂ ਪੜਿਆ ਬਣ ਜਾਏਗਾ ਅਰਥ ਮਾਤਾ। ਇਹਨੂੰ ਪੜਨਾ ਹੈ ਮਾਂ। ਮਾਂ ਦਾ ਮਤਲਬ ਮੇਰਾ, ਪਿਰੀ ਦਾ ਮਤਲਬ ਪਿਆਰਾ। ਮਾਂ ਪਿਰੀ ਦਾ ਮਤਲਬ ਮੇਰਾ ਪਿਆਰਾ। ਤੇ ਵੇਲੜੀ, ਵੇਲੜੀ ਦਾ ਮਤਲਬ ਘੜੀ, ਸੋਹਣੀ ਘੜੀ। ਜਦੋਂ ਰਾੜਾ ਸ਼ਬਦ ਲੱਗਦਾ ਹੈ ਨਾ ਕਿਸੇ ਸ਼ਬਦ ਦੇ ਨਾਲ, ਤਾਂ ਉਹਦਾ ਅਰਥ ਬਣ ਜਾਂਦਾ ਹੈ ਬਹੁਤ ਸੁੰਦਰ। ਜਿਵੇਂ ਅਸੀਂ ਆਮ ਕਹਿੰਦੇ ਆ ਮੂੰਹ, ਜਾਂ ਫਿਰ ਅਸੀਂ ਕਹਿੰਦੇ ਆ ਮੁਖ। ਤੇ ਜਿਹਦੇ ਨਾਲ ਸਾਡਾ ਬਹੁਤ ਜ਼ਿਆਦਾ ਪਿਆਰ ਹੋਵੇ ਨਾ, ਫਿਰ ਅਸੀਂ ਕਹਿੰਦੇ ਮੇਰੇ ਬੱਚੇ ਦਾ, ਮੇਰੇ ਧੀ ਪੁੱਤਰ ਦਾ ਮੁਖੜਾ ਕਿੰਨਾ ਸੋਹਣਾ, ਮੁਖੜਾ। ਜਦੋਂ ਜ਼ਿਆਦਾ ਪਿਆਰ ਹੋਵੇ ਬੜਾ ਸੁੰਦਰ ਲੱਗਦਾ ਨਾ। ਤੇ ਜਦੋਂ ਨਫ਼ਰਤ ਹੋਵੇ ਤੇ ਉਦੋਂ ਫਿਰ ਉਸੇ ਮੁਖੜੇ ਨੂੰ ਅਸੀਂ ਮੁਖੜਾ ਮੂੰਹ ਨਾ ਕਹਿ ਕੇ ਫਿਰ ਮਾਂ ਕਹਿੰਦੀ ਨਾ, ਉਹਨਾਂ ਕਹਿੰਦੇ ਤੇ ਮੈਂ ਥੱਪੜ ਮਾਰ ਕੇ ਬੂਥਾ ਭੰਨਣਾ। ਫਿਰ ਮੂੰਹ ਦਾ ਮੁਖ ਨਹੀਂ ਬਣਦਾ, ਮੁਖੜਾ ਨਹੀਂ ਬੂਥਾ ਬਣ ਜਾਂਦਾ ਨਾ। ਇਸ ਲਈ ਵੇਲਾ, ਵੇਲੜੀ, ਵੇਲੜੀ ਦਾ ਮਤਲਬ ਬੜੀ ਸੋਹਣੀ ਘੜੀ। ਜਿਵੇਂ ਗੁਰੂ ਜੀ ਕਹਿੰਦੇ ਨੇ ਜੋ ਦੀਸੇ ਗੁਰਸਿੱਖੜਾ। ਗੁਰਸਿੱਖੜਾ ਦਾ ਮਤਲਬ ਬੜਾ ਪਿਆਰਾ ਸਿੱਖ। ਵੇਲੜੀ ਦਾ ਮਤਲਬ ਬੜੀ ਸੋਹਣੀ ਸੁਲੱਖਣੀ ਘੜੀ। ਜਿਤ ਦਾ ਮਤਲਬ ਜਿਸ ਘੜੀ ਵਿੱਚ ਮਿਲੰਦੜੋ ਮਾਂ ਪਿਰੀ, ਮੇਰਾ ਪਿਆਰਾ ਮਿਲਦਾ ਹੈ। ਤਾਂ ਗੁਰੂ ਜੀ ਕਹਿੰਦੇ ਨੇ, ਹੇ ਨਾਨਕ, ਉਹੀ ਘੜੀ ਸੁਲੱਖਣੀ ਹੈ, ਉਹੀ ਘੜੀ ਪ੍ਰਵਾਨ ਹੈ ਜਦੋਂ ਮੈਨੂੰ ਮੇਰਾ ਪਿਆਰਾ ਮਿਲ ਪਵੇ। ਜਦੋਂ ਮੈਂ ਰੱਬ ਦੇ ਵਿੱਚ ਲੀਨ ਹੋ ਜਾ, ਮੇਰੀ ਸੋਚ ਰੱਬ ਦੇ ਅੰਦਰ ਲੀਨ ਹੋ ਜਾਏ, ਜਦੋਂ ਰੱਬੀ ਗੁਣ ਮੇਰੀ ਸੋਚ ਦੇ ਅੰਦਰ ਆ ਵਸਣ, ਮੈਨੂੰ ਮੇਰੇ ਪਿਆਰੇ ਦਾ ਮਿਲਾਪ ਹੋ ਜਾਏ, ਉਹ ਘੜੀ ਸੁਲੱਖਣੀ ਹੈ ਜ਼ਿੰਦਗੀ ਵਿੱਚ। ਉਹ ਸਮਾਂ ਸੁਹਾਵਣਾ ਹੈ। ਤੇ ਜਿੱਥੇ ਕਾਮ ਕ੍ਰੋਧ ਆਦਿਕ ਵਿੱਚ ਬੰਦਾ ਖਚਤ ਰਹੇ,
ਤਾਂ ਉਹ ਸਮਾਂ ਸੁਹਾਵਣਾ ਨਹੀਂ ਨਾ, ਉਹ ਦੁਖਦਾਈ ਹੈ। ਤਾਂ ਦੇਖੋ, ਅਸੀਂ ਹਰ ਘੜੀ ਨੂੰ ਸੁਲੱਖਣੀ ਬਣਾ ਸਕਦੇ ਹਾਂ ਨਾ, ਹਰ ਵੇਲੇ ਨੂੰ ਸੁਲੱਖਣਾ ਬਣਾ ਸਕਦੇ ਹਾਂ ਸ਼ੁਭ ਗੁਣਾਂ ਦੇ ਨਾਲ ਜੋੜ ਕੇ। ਅਗਲਾ ਬਚਨ ਗੁਰੂ ਜੀ ਕਰਦੇ ਨੇ ਪੌੜੀ, ਸਾ ਵੇਲਾ ਕਹੋ ਕੌਣ ਹੈ ਜਿਤ ਪ੍ਰਭ ਕੋ ਪਾਈ। ਇੱਥੇ ਪਾਈ ਨਹੀਂ, ਪਾਈ। ਪਾਈ ਦਾ ਮਤਲਬ ਮੈਂ ਪਾਵਾਂ। ਸਾ ਵੇਲਾ ਕਹੋ ਕੌਣ ਹੈ, ਮਤਲਬ ਉਹ ਵੇਲਾ ਕਿਹੜਾ ਹੈ। ਔਰ ਉਹ ਵੇਲਾ ਕਿਹੜਾ ਹੈ, ਇੱਥੇ ਸਵਾਲ ਨਹੀਂ ਹੈ, ਇੱਥੇ ਕਿਹੜਾ ਵੇਲਾ ਹੋਵੇ ਕਿ ਮੈਂ ਫਲਾਂ ਬੰਦੇ ਨੂੰ ਮਿਲਾਂ। ਸੀ ਕਹਿੰਦੇ ਨਾ, ਕਿਹੜਾ ਵੇਲਾ ਹੋਵੇ ਕਿ ਮੈਂ ਉਹਦੇ ਨਾਲ ਮਿਲਾਂ। ਇੱਥੇ ਤਾਂਗ ਹੈ, ਮਤਲਬ ਉਹ ਵੇਲਾ ਛੇਤੀ ਆਵੇ, ਉਹ ਵਕਤ ਜਲਦੀ ਆਵੇ। ਕਿਹੜਾ ਵੇਲਾ ਹੋਏਗਾ, ਮੈਂ ਉਹਨੂੰ ਮਿਲਾਂਗਾ, ਮਤਲਬ ਅੰਦਰ ਮਿਲਣ ਦੀ ਤਾਂਗ ਹੈ ਨਾ। ਤਾਂ ਗੁਰੂ ਜੀ ਕਹਿੰਦੇ ਨੇ, ਉਹ ਵੇਲਾ ਛੇਤੀ ਆਵੇ ਜਦੋਂ ਮੈਂ ਪ੍ਰਭੂ ਨੂੰ ਪਾਵਾਂ, ਜਦੋਂ ਮੈਂ ਪ੍ਰਭੂ ਨੂੰ ਮਿਲਾਂ। ਤਾਂ ਆਪਣੇ ਅੰਦਰ ਇੱਕ ਤਾਂਗ ਪੈਦਾ ਕਰਨੀ ਹੈ, ਲਗਨ ਪੈਦਾ ਕਰਨੀ ਹੈ। ਤੇ ਪ੍ਰਭੂ ਨੂੰ ਮਿਲਣ ਦਾ ਮਤਲਬ ਰੱਬੀ ਗੁਣਾਂ ਦੇ ਧਾਰਨੀ ਹੋਣਾ ਹੈ। ਰੱਬ ਗੁਣਾਂ ਦਾ ਮੁਜੱਸਮਾ ਹੈ। ਰੱਬੀ ਗੁਣਾਂ ਨੂੰ ਗਾ ਕੇ ਹੀ ਰੱਬ ਦੇ ਵਿੱਚ ਸਮਾਇਆ ਜਾਂਦਾ ਹੈ। ਗੁਣ ਕਹਿ ਗੁਣੀ ਸਮਾਵਣਿਆ। ਉਹ ਕਿਹੜਾ ਵੇਲਾ ਹੋਏਗਾ ਜਦੋਂ ਮੈਂ ਗੁਰਮਤਿ ਆਸ਼ੇ ਅਨੁਸਾਰ ਜ਼ਿੰਦਗੀ ਜੀਵਾਂਗਾ। ਕਿਹੜਾ ਵੇਲਾ ਹੋਏਗਾ ਜਦੋਂ ਮੈਂ ਰੱਬੀ ਰਜ਼ਾ ਦੇ ਵਿੱਚ ਤੁਰਾਂਗਾ। ਮਤਲਬ ਉਹ ਵੇਲਾ ਛੇਤੀ ਆਵੇ ਕਿ ਮੈਂ ਆਪਣੀ ਸੋਚ ਨੂੰ ਛੱਡ ਕੇ ਗੁਰੂ ਦੀ ਸੋਚ ਨੂੰ ਅਪਣਾ ਲਵਾਂ। ਉਹ ਵੇਲਾ ਛੇਤੀ ਆਵੇ ਜਦੋਂ ਮੈਂ ਔਗਣਾਂ ਨੂੰ ਛੱਡ ਕੇ ਰੱਬ ਦੇ ਗੁਣਾਂ ਦਾ ਧਾਰਨੀ ਹੋ ਜਾਵਾਂ। ਉਹ ਵੇਲਾ ਛੇਤੀ ਆਵੇ ਜਦੋਂ ਮੈਂ ਮਨਮਤ ਨੂੰ ਛੱਡ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਿੱਤੇ ਵੇ ਆਫ ਲਾਈਫ ਨੂੰ ਅਪਣਾ ਲਵਾਂ, ਮੈਂ ਪ੍ਰਭੂ ਨੂੰ ਪਾ ਲਵਾਂ। ਉਹ ਵੇਲਾ ਛੇਤੀ ਆਵੇ ਤਾਂ ਸਾਡੇ ਅੰਦਰ ਇਹ ਤਾਂਗ ਪੈਦਾ ਕਰਦਾ। ਸੋ ਮੂਰਤ ਭਲਾ ਸੰਜੋਗ ਹੈ ਜਿਤ ਮਿਲੇ ਗੁਸਾਈ। ਮੂਰਤ ਦਾ ਮਤਲਬ ਮਹੂਰਤ ਯਾਨੀ ਘੜੀ। ਮੂਰਤ ਸ਼ਬਦ ਦੇ 4-5 ਅਰਥ ਨੇ ਗੁਰਬਾਣੀ ਵਿੱਚ। ਜਿਵੇਂ ਅਕਾਲ ਮੂਰਤ, ਉੱਥੇ ਮੂਰਤ ਦਾ ਮਤਲਬ ਹੈਗਾ ਹਸਤੀ। ਦੂਜਾ ਮੂਰਤ ਸ਼ਬਦ ਭਗਤ ਕਬੀਰ ਜੀ ਨੇ ਵਰਤਿਆ ਹੈ, ਪਾਖਣ ਗੱਡ ਕੇ ਮੂਰਤ ਕੀਨੀ। ਉੱਥੇ ਮੂਰਤ ਦਾ ਮਤਲਬ ਹੈ ਪੱਥਰ ਦੀ ਤਸਵੀਰ। ਗੁਰੂ ਤੇਗ ਬਹਾਦਰ ਜੀ ਨੇ ਸ਼ਬਦ ਵਰਤਿਆ ਹੈ, ਨਾਨਕ ਮੂਰਤ ਚਿੱਤਰ ਜਿਉ। ਉੱਥੇ ਮੂਰਤ ਦਾ ਮਤਲਬ ਕਾਗਜ਼ ਦੀ ਤਸਵੀਰ। ਮੂਰਤ ਸ਼ਬਦ ਗੁਰੂ ਅਰਜਨ ਪਾਤਸ਼ਾਹ ਜੀ ਨੇ ਵਰਤਿਆ ਹੈ, ਮਹਾ ਦਿਵਸ ਮੂਰਤ ਭਲੇ। ਉੱਥੇ ਮੂਰਤ ਦਾ ਮਤਲਬ ਹੈ ਮਹੂਰਤ। ਤੇ ਬਿਲਾਵਲ ਰਾਗ ਵਿੱਚ ਗੁਰੂ ਅਰਜਨ ਦੇਵ ਜੀ ਨੇ ਮੂਰਤ ਸ਼ਬਦ ਵਰਤਿਆ ਹੈ, ਗੁਰ ਕੀ ਮੂਰਤ ਮਨ ਮਹਿ ਧਿਆਨ। ਉੱਥੇ ਮੂਰਤ ਦਾ ਮੀਨਿੰਗ ਹੈ ਗੁਰੂ ਦੀ ਸਿੱਖਿਆ, ਕਿ ਗੁਰੂ ਦੀ ਸਿੱਖਿਆ ਦਾ ਮਨ ਦੇ ਅੰਦਰ ਧਿਆਨ ਰੱਖਣਾ ਹੈ। ਭਾਈ ਗੁਰਦਾਸ ਜੀ ਨੇ ਇਹ ਸ਼ਬਦ ਵਰਤਿਆ ਹੈ, ਗੁਰ ਮੂਰਤ। ਗੁਰ ਸ਼ਬਦ ਹੈ, ਉੱਥੇ ਮੂਰਤ ਦਾ ਮੀਨਿੰਗ ਹੈ ਅਸਲ ਸਰੂਪ, ਕਿ ਜੋ ਗੁਰੂ ਦਾ ਅਸਲ ਸਰੂਪ ਹੈ ਉਹ ਗੁਰੂ ਦੀ ਸਿੱਖਿਆ ਹੈ, ਗੁਰੂ ਦਾ ਸ਼ਬਦ ਹੈ। ਤਾਂ ਇੱਥੇ ਮੂਰਤ ਦਾ ਮਤਲਬ ਘੜੀ। ਉਹ ਘੜੀ, ਉਹ ਮਿਲਣ ਦਾ ਸਮਾਂ ਭਾਗਾਂ ਵਾਲਾ ਹੁੰਦਾ ਹੈ ਜਦੋਂ ਧਰਤੀ ਦਾ ਸਾਈਂ ਮਿਲਦਾ ਹੈ। ਉਹ ਮਹੂਰਤ, ਉਹ ਸਮਾਂ, ਉਹ ਘੜੀ, ਉਹ ਪਲ ਸੋਹਣਾ ਹੈ ਜਦੋਂ ਮੈਨੂੰ ਰੱਬ ਮਿਲਦਾ ਹੈ, ਜਦੋਂ ਮੈਂ ਰੱਬ ਦੇ ਨਾਲ ਮਿਲਦਾ ਹਾਂ, ਜਦੋਂ ਮੈਂ ਰੱਬ ਵਰਗਾ ਹੁੰਦਾ ਹਾਂ, ਜਦੋਂ ਮੈਂ ਆਪਣੇ ਆਪ ਨੂੰ ਰੱਬੀ ਗੁਣਾਂ ਦੇ ਵਿੱਚ ਲੀਨ ਕਰ ਲੈਂਦਾ। ਆਠ ਪਹਿਰ ਹਰ ਧਿਆਏ ਕੈ ਮਨ ਇੱਛ ਪੁਜਾਈ। ਬਿੰਦੀ ਲਾ ਕੇ ਪੁਜਾਈ। ਪੁਜਾਈ ਦਾ ਮਤਲਬ ਪੂਰੀ ਕਰਾਂ। ਮਨ ਇੱਛ ਦਾ ਮਤਲਬ ਮਨ ਦੀ ਇੱਛਾ। ਪ੍ਰਭੂ ਮਿਹਰ ਕਰ ਕਿ ਮੈਂ ਤੈਨੂੰ ਸਿਮਰ ਕੇ, ਯਾਦ ਕਰਕੇ, ਆਪਣੀ ਯਾਦ ਵਿੱਚ ਵਸਾ ਕੇ ਤੇ ਆਪਣੇ ਮਨ ਦੀ ਚਾਹਤ ਪੂਰੀ ਕਰ ਲਵਾਂ। ਹੁਣ ਰੱਬ ਦੇ ਪਿਆਰਿਆਂ ਦੀ ਚਾਹਤ ਕੀ ਹੈ? ਮੰਗੋ ਦਾਨ ਠਾਕੁਰ ਨਾਮ, ਅਵਰ ਕਛੂ ਮੇਰੇ ਸੰਗ ਨਾ ਚੱਲੈ, ਮਿਲੇ ਕਿਰਪਾ ਗੁਣਗਾਮ। ਰੱਬ ਦੇ ਪਿਆਰਿਆਂ ਦੀ ਇੱਕੋ ਹੀ ਚਾਹਤ ਹੈ ਕਿ ਸਚਿਆਰ ਹੋ ਕੇ ਜ਼ਿੰਦਗੀ ਜੀ ਸਕਾਂ, ਮਨ ਬਚਨ ਕਰਮ ਕਰਕੇ ਸੱਚ ਦਾ ਧਾਰਨੀ ਹੋ ਸਕਾਂ। ਇਹੀ ਚਾਹਤ ਹੈ, ਇਹੀ ਸਾਡੀ ਚਾਹਤ ਹੋਣੀ ਚਾਹੀਦੀ ਹੈ। ਔਰ ਇਹੀ ਚਾਹਤ ਲਾਹੇਵੰਦੀ ਹੈ ਕਿ ਬੰਦਾ ਮਨ ਬਚਨ ਕਰਮ ਕਰਕੇ ਸੱਚ ਦਾ ਧਾਰਨੀ ਹੋ ਜਾਏ। ਤੇ ਧਿਆਏ ਦਾ ਮਤਲਬ ਧਿਆਨ ਵਿੱਚ ਵਸਾ ਕੇ, ਹੇ ਮਾਲਕ ਰਹਿਮਤ ਕਰ ਕਿ ਮੈਂ ਤੈਨੂੰ ਆਪਣੇ ਧਿਆਨ ਵਿੱਚ ਵਸਾ ਸਕਾਂ, ਜਿਸ ਕਰਕੇ ਮੇਰੀ ਇਹ ਚਾਹਤ ਪੂਰੀ ਹੋ ਜਾਏ। ਵੱਡੇ ਭਾਗ ਸਤਸੰਗ ਹੋਏ ਨਿਵ ਲਾਗਾਂ
ਭਾਈ ਲਾਗਾ ਨਹੀਂ ਪੜਨਾ, ਲਾਗਾ ਭਾਈ ਪੈਰਾਂ ਤੇ। ਵੱਡਾ ਭਾਗ ਸਤਸੰਗ ਹੋਏ, ਜੇ ਖੁਸ਼ਕਿਸਮਤੀ ਦੇ ਨਾਲ ਸਤਸੰਗ ਮਿਲ ਜਾਏ, ਮੈਂ ਨਿਉ ਕੇ ਸਤਸੰਗੀਆਂ ਦੇ ਪੈਰੀਂ ਲੱਗਾ, ਰੱਬ ਦੇ ਪਿਆਰਿਆਂ ਦੇ ਚਰਨੀ ਲੱਗਾ। ਯਾਨੀ ਮੈਂ ਨਿਮਰਤਾ ਦੇ ਨਾਲ ਸਤਸੰਗ ਕਰਾਂ, ਸੱਚ ਦੇ ਨਾਲ ਜੁੜਾਂ, ਜੇ ਮੇਰੇ ਭਾਗ ਚੰਗੇ ਹੋ ਜਾਣ। ਭਾਗ ਦਾ ਮਤਲਬ ਕਰਮ, ਉਦਮ। ਤਾਂ ਵੱਡੇ ਭਾਗਾਂ ਦੇ ਨਾਲ ਸਤਸੰਗ ਮਿਲਦੀ ਹੈ। ਵੱਡੇ ਭਾਗਾਂ ਦਾ ਮਤਲਬ ਉਦਮ ਕਰਕੇ। ਉਦਮ ਕਰਾਂਗੇ ਤਾਂ ਸਤਸੰਗ ਮਿਲੇਗੀ, ਜੇ ਉਦਮ ਨਹੀਂ ਹੈ ਫਿਰ ਨਹੀਂ। ਦੇਖੋ, ਜਿੰਨੇ ਵੀ ਤੁਸੀਂ ਵੀਰ ਭੈਣਾ ਹੋ, ਉਦਮ ਕਰਦੇ ਹੋ ਤਾਂ ਕਲਾਸ ਵਿੱਚ ਆ ਰਹੇ ਹੋ ਨਾ, ਉਦਮ ਕਰ ਰਹੇ ਹਾਂ ਤਾਂ ਗੁਰਬਾਣੀ ਅਸੀਂ ਪੜ੍ਹ ਰਹੇ ਹਾਂ। ਬਾਕੀ ਕੰਮਾਂ ਵਾਸਤੇ ਬੰਦਾ ਉਦਮ ਕਰਦਾ ਹੈ ਨਾ, ਦੁਕਾਨ ਹੈ, ਵਪਾਰ ਹੈ, ਜੌਬ ਹੈ, ਖੇਤੀਬਾੜੀ ਹੈ, ਘਰ ਦੇ ਕੰਮਕਾਰ ਨੇ, ਬੰਦਾ ਉਦਮ ਕਰਦਾ ਹੀ ਹੈ ਨਾ। ਇਸੇ ਤਰ੍ਹਾਂ ਸ਼ੁਭ ਗੁਣਾਂ ਲਈ ਵੀ ਉਦਮ ਤਾਂ ਕਰਨਾ ਪਵੇਗਾ, ਬਿਨਾਂ ਉਦਮ ਤੋਂ ਤੇ ਕੁਝ ਵੀ ਨਹੀਂ ਮਿਲਦਾ। ਸੱਚ ਬੋਲਣ ਲਈ ਵੀ ਤਾਂ ਉਦਮ ਕਰਨਾ ਪੈਣਾ ਨਾ, ਦਇਆ ਕਰਨ ਲਈ, ਹੈਲਪ ਕਰਨ ਲਈ, ਸੇਵਾ ਕਰਨ ਲਈ, ਨਿਰਭੈਤਾ ਲਈ, ਨਿਰਵੈਰਤਾ ਲਈ, ਆਪਣੇ ਅੰਦਰ ਪਿਆਰ ਮੁਹੱਬਤ ਪੈਦਾ ਕਰਨ ਲਈ, ਆਪਣੀ ਬੋਲ ਬਾਣੀ ਨੂੰ ਸੁਧਾਰਨ ਲਈ ਉਦਮ ਤੇ ਕਰਨਾ ਪਵੇਗਾ ਨਾ। ਤਾਂ ਜੇ ਵੱਡੇ ਉਦਮ ਦੇ ਨਾਲ ਮੈਨੂੰ ਸਤਸੰਗ ਮਿਲ ਜਾਏ, ਗੁਰੂ ਦਾ ਸੰਗ ਮਿਲ ਜਾਏ, ਤਾਂ ਮੈਂ ਤੇਰੇ ਚਰਨੀ ਲੱਗਾ। ਮਨ ਦਰਸ਼ਨ ਕੀ ਪਿਆਸ ਹੈ, ਨਾਨਕ ਬਲ ਜਾਈ। ਜਾਈ ਦਾ ਮਤਲਬ ਮੈਂ ਜਾਂਦਾ ਹਾਂ। ਮਨ ਦਾ ਮਤਲਬ ਮਨ ਵਿੱਚ, ਕਿ ਹੇ ਪ੍ਰਭੂ, ਮੇਰੇ ਮਨ ਦੇ ਅੰਦਰ ਦਰਸ਼ਨ ਦੀ ਪਿਆਸ ਹੈ, ਦਰਸ਼ਨ ਦੀ ਤਾਂਘ ਹੈ, ਦਰਸ਼ਨ ਦੀ ਲਗਨ ਹੈ, ਤੇ ਮੈਂ ਤੇਰੇ ਤੋਂ ਕੁਰਬਾਨ ਜਾਂਦਾ ਹਾਂ, ਮੈਂ ਤੇਰੇ ਤੋਂ ਬਲਿਹਾਰ ਜਾਂਦਾ ਹਾਂ। ਮੇਰੇ ਮਨ ਦੇ ਅੰਦਰ ਤੇਰੇ ਦੀਦਾਰ ਦੀ, ਤੇਰੇ ਦਰਸ਼ਨ ਦੀ ਤਾਂਘ ਹੈ, ਕਿ ਮੈਂ ਤੇਰੀ ਰਜ਼ਾ ਵਿੱਚ ਤੁਰ ਸਕਾਂ। ਮੈਂ ਆਪਣੇ ਅੰਦਰੋਂ ਔਰ ਦੂਜਿਆਂ ਦੇ ਅੰਦਰ ਤੇਰੇ ਗੁਣਾਂ ਨੂੰ ਵੇਖ ਸਕਾਂ, ਔਰ ਮੈਂ ਇਸ ਸੰਸਾਰ ਨੂੰ ਤੇਰਾ ਰੂਪ ਕਰਕੇ ਜਾਣ ਸਕਾਂ। ਮੈਨੂੰ ਕਣ ਕਣ ਦੇ ਅੰਦਰ ਤੇਰੇ ਦੀਦਾਰ ਹੋਣ, ਮੈਂ ਤੈਨੂੰ ਆਪਣੇ ਅੰਗ ਸੰਗ ਵੇਖ ਸਕਾਂ, ਔਰ ਮੈਂ ਤੇਰੇ ਅੰਦਰ ਮਿਲ ਕੇ ਤੇਰਾ ਹੀ ਰੂਪ ਹੋ ਜਾਵਾਂ। ਮੇਰੇ ਮਨ ਦੇ ਅੰਦਰ, हे ਪ੍ਰਭੂ, ਇਹ ਤਾਂਘ ਹੈ, ਇਹ ਚਾਹਤ ਹੈ, ਔਰ ਇਹ ਚਾਹਤ ਹਰ ਇਨਸਾਨ ਦੇ ਅੰਦਰ ਹੋਣੀ ਚਾਹੀਦੀ ਹੈ। ਤਾਂ ਹੀ ਅਸੀਂ ਇਨਸਾਨ ਹੋ ਸਕਾਂਗੇ, ਤਾਂ ਹੀ ਅਸੀਂ ਇਨਸਾਨੀਅਤ ਦਾ ਸਬੂਤ ਪੇਸ਼ ਕਰ ਸਕਾਂਗੇ, ਜੇ ਸਾਡੇ ਬਿਹੇਵੀਅਰ ਦੇ ਅੰਦਰ ਇਹ ਸਾਰੇ ਦੇ ਸਾਰੇ ਗੁਣ ਹੋਣਗੇ। ਗੁਰੂ ਪਾਤਸ਼ਾਹ ਰਹਿਮਤ ਕਰਨ ਕਿ ਸਾਡੀ ਜ਼ਿੰਦਗੀ ਦੇ ਅੰਦਰ ਐਸੀ ਜੋ ਚਾਹਤ ਹੈ ਉਹ ਪੈਦਾ ਹੋ ਜਾਏ, ਔਰ ਅਸੀਂ ਗੁਰੂ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਬਾਣੀ ਪੜ੍ਹ ਕੇ, ਸੁਣ ਕੇ, ਵਿਚਾਰ ਕੇ, ਔਰ ਅਮਲੀ ਜ਼ਿੰਦਗੀ ਜੀ ਕੇ ਆਪਣੇ ਜੀਵਨ ਨੂੰ ਸਫਲ ਔਰ ਸੁਚੱਜਾ ਕਰ ਸਕੀਏ, ਜਿਸ ਕਰਕੇ ਸਮਾਜ ਵੀ ਸੋਹਣਾ ਔਰ ਸੁਨੱਖਾ ਬਣ ਜਾਏ, ਔਰ ਗੁਰੂ ਪਾਤਸ਼ਾਹ ਜੀ ਦੀ ਜੋ ਵਿਚਾਰਧਾਰਾ ਹੈ ਇਹ ਸੰਸਾਰ ਦੇ ਆਖਰੀ ਮਨੁੱਖ ਤੱਕ ਪਹੁੰਚ ਜਾਏ। ਐਸੀ ਜ਼ਿੰਦਗੀ ਜੀਣੀ ਸਾਡਾ ਸਾਰਿਆਂ ਦਾ ਹੱਕ ਵੀ ਹੈ, ਔਰ ਸਾਡਾ ਸਾਰਿਆਂ ਦਾ ਫਰਜ਼ ਵੀ ਹੈ। ਤਾਂ ਅੱਜ ਦੀ ਵਿਚਾਰ ਇੱਥੇ ਸਮਾਪਤ ਕਰਦੇ ਹਾਂ ਜੀ। ਅੱਜ ਦੀ ਇਸ ਵਿਚਾਰ ਵਿੱਚ ਕਿਸੇ ਵੀਰ ਭੈਣ ਦਾ ਜੇ ਕੋਈ ਛੋਟਾ ਮੋਟਾ ਸਵਾਲ ਹੈ ਤਾਂ ਉਹ ਸਵਾਲ ਕਰ ਸਕਦਾ ਹੈ, ਔਰ ਜੇ ਕਿਸੇ ਵੀਰ ਭੈਣ ਨੇ ਆਪਣਾ ਕੋਈ ਕਮੈਂਟ ਦੇਣਾ ਹੈ ਤਾਂ ਉਹ ਵੀ ਦੇ ਸਕਦਾ ਹੈ। ਅਗਲੀ ਕਲਾਸ ਦੀ ਕਾਰਵਾਈ ਵੀਰ ਤਰਲੋਚਨ ਸਿੰਘ ਜੀ ਕਰ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।